we are here with a plan of speaking IELTS module. Mostly students they find it difficult to crack the cue card which is section 2. So ਅੱਜ ਆਪਾਂ ਤੁਹਾਡੇ ਲਈ ਇੱਕ ਪਲਾਨ ਲੈ ਕੇ ਆਏ ਹਾਂ cue cards ਨੂੰ ਔਰ ਵੈਸੇ ਇਹ ਸਾਰੇ ਪਾਰਟ 1 2 3 ਦੇ ਲਈ ਠੀਕ ਹੈ ਇਹ ਤੁਹਾਡੀ ਹੈਲਪ ਆਊਟ ਕਰੂਗਾ ਤਾਂ we will look at the board ਅੱਜ ਆਪਾਂ ਦੇਖਾਂਗੇ ਬੋਰਡ ਦੇ ਉੱਪਰ ਠੀਕ ਹੈ we are taking an example ਬਿਕੋਜ਼ ਕਹਿੰਦੇ ਕਿ ਸਿਆਣੇ ਬੰਦੇ ਨੂੰ ਕਿਸੇ ਨੂੰ ਹੈ ਨਾ ਸਲਾਹ ਨਹੀਂ ਦੇਣੀ ਚਾਹੀਦੀ ਉਹਨੂੰ ਇੱਕ ਉਦਾਹਰਨ ਦੇ ਦਿਓ ਸੋ ਹਮੇਸ਼ਾ ਆਪਾਂ ਇੱਕ ਐਗਜ਼ਾਮਪਲ ਲੈ ਕੇ ਕੋਸ਼ਿਸ਼ ਕਰਦੇ ਹਾਂ ਤੁਹਾਨੂੰ ਸਮਝਾਉਣ ਦੀ ਔਰ ਬਾਕੀ ਦੇ ਜਿਹੜੇ ਕਿਊ ਕਾਰਡਸ ਆ ਹੈ ਨਾ ਤਾਂ ਤੁਸੀਂ ਜਸਟ ਕਾਪੀ ਪੇਸਟ ਕਰ ਦੇਣਾ ਇਹ ਆਪਣਾ ਜਿਹੜੀ ਸਟ੍ਰੈਟਜੀ ਹੈ ਜਿਹੜੀ ਆਪਾਂ ਪਲਾਨ ਤੁਹਾਡੇ ਨਾਲ ਅੱਜ ਡਿਸਕਸ ਕਰਨਾ ਓਕੇ ਸੋ ਹੈ ਨਾ तो we have around 70 cue cards ਤਾਂ ਆਪਣੇ ਕੋਲੇ ਸਿਲੇਬਸ ਹੈ ਸਾਰਿਆਂ ਨੂੰ ਪਤਾ ਹੈ ਰਾਈਟ ਸੋ we have a guest paper ਤਾਂ ਆਪਣੇ ਕੋਲੇ ਸਪੀਕਿੰਗ ਦਾ guest paper ਹੈ ਸਾਰਿਆਂ ਕੋਲ ਤਾਂ ਤਕਰੀਬਨ ਹੈ ਨਾ 4 ਮੰਥ ਇੱਕ ਸਿਲੇਬਸ ਚੱਲਦਾ ਤਾਂ ਉਹ ਇੱਕ ਚੇਂਜ ਹੋ ਜਾਂਦਾ ਆਫਟਰ 4 ਮੰਥਸ ਤਾਂ ਇਸ ਵਾਰ ਹੈ ਨਾ ਜੈਨ 2 ਜਿਨ੍ਹਾਂ ਨੇ ਅਪ੍ਰੈਲ ਤੱਕ ਐਗਜ਼ਾਮ ਦੇਣੇ ਆ ਤਾਂ ਆਪਣੇ ਕੋਲੇ ਇੱਕ ਲਿਸਟ ਹੈ 70 ਅਰਾਊਂਡ ਕਿਊ ਕਾਰਡਸ ਦੀ ਸੋ ਦਿਸ ਇਜ਼ ਅ ਪਲੱਸ ਪੁਆਇੰਟ ਇਹ ਆਪਣੇ ਲਈ ਇੱਕ ਪਲੱਸ ਪੁਆਇੰਟ ਹੈ ਵੀ ਆਪਾਂ ਨੂੰ ਐਟਲੀਸਟ ਕੁਐਸਚਨਸ ਪਤਾ ਵੀ ਆਪਾਂ ਇਹਨਾਂ ਨੂੰ ਪ੍ਰਿਪੇਅਰ ਕਰਨਾ ਸੋ ਉਹਨਾਂ 70 ਕੁਐਸਚਨਸ ਐਟਲੀਸਟ ਤੁਹਾਨੂੰ ਇੱਕ 70 ਕੁਐਸਚਨਸ ਬਾਰੇ ਪਤਾ ਹੋਣਾ ਚਾਹੀਦਾ ਵੀ ਕਿਹੜੇ ਕਿਹੜੇ ਕੁਐਸਚਨ ਐਗਜ਼ਾਮੀਨਰ ਤੁਹਾਨੂੰ ਪੁੱਟ ਕਰ ਸਕਦਾ ਔਰ ਉਹਨਾਂ ਚੋਂ ਇੱਕ ਐਗਜ਼ਾਮਪਲ ਆਪਾਂ ਬੋਰਡ ਤੇ ਲਿਖੀ ਹੈ ਐਂਡ ਦੈਟ ਇਜ਼ ਕਿਊ ਕਾਰਡ ਡਿਸਕ੍ਰਾਈਬ ਸਮਥਿੰਗ that you received for free ਤੁਹਾਨੂੰ ਕੁਝ ਫ੍ਰੀ ਮਿਲਿਆ ਠੀਕ ਹੈ ਸੋ ਇਹ ਫਸਟ 5 ਕਿਊ ਕਾਰਡਸ ਦੇ ਵਿੱਚੋਂ ਇੱਕ ਕਿਊ ਕਾਰਡ ਹੈ ਕਿ ਤੁਹਾਨੂੰ ਕੁਝ ਫ੍ਰੀ ਮਿਲਿਆ then we have the bullet points what it was ਉਹ ਕੀ ਸੀ who you received from right ਤੁਹਾਨੂੰ ਕਿਹਨੇ ਦਿੱਤੀ where you received it ਇਹ ਚੀਜ਼ ਤੁਹਾਨੂੰ ਕਿੱਥੇ ਮਿਲੀ and how you felt about it ਤਾਂ ਤੁਹਾਨੂੰ ਜਦੋਂ ਇਹ ਫ੍ਰੀ ਦੀ ਚੀਜ਼ ਮਿਲੀ ਤਾਂ ਤੁਹਾਨੂੰ ਕਿਦਾਂ ਦਾ ਫੀਲ ਹੋਇਆ ਰਾਈਟ ਸੋ ਐਵਰੀਥਿੰਗ ਹੈਪਨਸ ਫॉर ਅ ਰੀਜ਼ਨ ਕੁਝ ਵੀ ਚੀਜ਼ ਨਾ ਹੁੰਦਾ ਆਪਣੀ ਜ਼ਿੰਦਗੀ ਦੇ ਵਿੱਚ ਆਪਣੀ ਲਾਈਫ ਦੇ ਵਿੱਚ ਕੁਝ ਵੀ ਹੁੰਦਾ ਤਾਂ ਉਹਦੇ ਪਿੱਛੇ ਇੱਕ ਰੀਜ਼ਨ ਹੁੰਦਾ ਸੋ ਉਸ ਰੀਜ਼ਨ ਨੂੰ ਪਹਿਲਾਂ ਲੱਭਣਾ ਔਰ ਫਿਰ ਆਪਾਂ ਲੱਭਣਾ ਜੀ ਉਹਦਾ ਪਲਾਨ ਮਤਲਬ ਜੇ ਇਹ ਹੋ ਗਿਆ ਹੈ ਨਾ ਚਾਹੇ ਉਹ ਹੋਣੀ ਹੈ ਚਾਹੇ ਉਹ ਅਨਹੋਣੀ ਹੈ ਚਾਹੇ ਉਹ ਗੁੱਡ ਹੈਪਨਿੰਗ ਹੋਗੀ ਚਾਹੇ ਬੈਡ ਹੈਪਨਿੰਗ ਹੋਗੀ ਬਟ ਹੁਣ ਆਪਾਂ ਪਲਾਨ ਫਾਈਂਡ ਆਊਟ ਕਰਨਾ ਵੀ ਹੁਣ ਇਹਦੇ ਵਿੱਚ ਪਲਾਨ ਕੀ ਸੋ ਵੈਨ ਯੂ ਆਰ ਪ੍ਰੀਪੇਅਰਿੰਗ ਹੁਣ ਤੁਸੀਂ ਟਾਈਮ ਆ ਪ੍ਰੈਪਰੇਸ਼ਨ ਦਾ ਹੁਣ ਆਪਣਾ ਟਾਈਮ ਪਰਫਾਰਮੈਂਸ ਦਾ ਨਹੀਂ ਹੈਗਾ ਹਜੇ ਆਪਾਂ ਪ੍ਰੀਪੇਅਰ ਕਰ ਰਹੇ So in the final exam we get 1 minute to prepare a story but ਹੁਣ ਆਪਾਂ ਉਹ preparation ਪਹਿਲਾਂ ਕਰਕੇ ਲੈ ਕੇ ਜਾਣੀ ਹੈ ਇੱਕ ਕਿਊ ਕਾਰਡ ਨੂੰ ਪ੍ਰੇਪੇਅਰ ਕਰਨ ਦੇ ਲਈ ਕਿੰਨਾ ਟਾਈਮ ਮਿਲਦਾ ਆਪਾਂ ਨੂੰ 1 ਮਿੰਟ ਤਾਂ 1 ਮਿੰਟ ਦੇ ਵਿੱਚ ਇੱਕ ਕਿਊ ਕਾਰਡ ਰੈਡੀ ਹੋ ਜਾਂਦਾ ਤਾਂ ਜੇ 60 ਮਿੰਟਸ ਦੀ ਇੱਕ ਐਕਸਰਸਾਈਜ਼ ਮੰਨ ਲਓ ਜੇ ਤੁਸੀਂ ਜਿਮ ਵੀ ਜਾਓ ਤਾਂ ਜਿਮ ਦਾ ਜਿਹੜਾ ਟ੍ਰੇਨਰ ਹੈ ਉਹ ਤੁਹਾਨੂੰ ਐਕਸਰਸਾਈਜ਼ ਦਿੰਦਾ ਵੀ ਇਹ ਐਕਸਰਸਾਈਜ਼ ਕਰੋ ਤਾਂ ਇਹਦੇ ਨਾਲ ਤੁਹਾਡੀ ਜਿਹੜੀ ਫਿਜ਼ੀਕਲ ਸਟਰੈਂਥ ਆ ਉਹ ਆ ਜਾਊਗੀ ਬਟ ਜਿਹੜੇ ਆਈਲੈਟਸ ਦੇ ਟ੍ਰੇਨਰ ਹੈ ਨਾ ਲਾਈਕ ਮੀ ਤਾਂ ਅਸੀਂ ਤੁਹਾਨੂੰ ਮੈਂਟਲ ਐਕਸਰਸਾਈਜ਼ ਦੇਵਾਂਗੇ ਕਿ ਇਹਨਾਂ ਐਕਸਰਸਾਈਜ਼ ਨੂੰ ਕਰਨ ਦੇ ਨਾਲ ਯੂ ਕੈਨ ਕ੍ਰੈਕ ਐਵਰੀ ਮੋਡਿਊਲ ਵੈਦਰ ਇਟ ਇਜ਼ ਸਪੀਕਿੰਗ ਲਿਸਨਿੰਗ ਰਾਈਟਿੰਗ ਔਰ ਰੀਡਿੰਗ ਕੋਈ ਵੀ ਮੋਡਿਊਲ ਹੈ ਤਾਂ ਸਾਡੀਆਂ ਐਕਸਰਸਾਈਜ਼ਸ ਨੂੰ ਹੁਣ ਤੁਸੀਂ ਫੋਲੋ ਕਰਨਾ ਠੀਕ ਹੈ ਤਾਂ ਇਹ ਅੱਜ ਵਾਲੀ ਐਕਸਰਸਾਈਜ਼ ਆਪਣੀ ਇਹ ਹੈ ਕਿ 1 ਮਿੰਟ ਦੇ ਵਿੱਚ ਤੁਸੀਂ ਇੱਕ ਕਿਊ ਕਾਰਡ ਦੀ ਸਟੋਰੀ ਆਪਣੀ ਨੋਟਬੁੱਕ ਲਓ ਔਰ ਸਪੈਸ਼ਲੀ ਸਪੀਕਿੰਗ ਦੀ ਬੁੱਕ ਬਣਾ ਲਓ ਤਾਂ ਇੱਕ ਕਿਊ ਕਾਰਡ ਦੀ ਸਟੋਰੀ ਨੂੰ 1 ਮਿੰਟ ਦੇ ਵਿੱਚ ਤੁਸੀਂ ਪ੍ਰਿਪੇਅਰ ਕਰੋ ਚਾਹੇ ਆਪਣੇ ਕੋਲੋਂ ਕਰੋ ਚਾਹੇ ਜਿਹੜਾ ਤੁਹਾਡੇ ਕੋਲ ਸੈਂਪਲ ਬੁੱਕ ਹੈ ਸੈਂਪਲ ਬੁੱਕ ਨੂੰ ਸਾਹਮਣੇ ਰੱਖੋ ਕੁਐਸਚਨ ਨੂੰ ਤਾਂ ਉਹਦੇ ਵਿੱਚੋਂ ਤੁਸੀਂ ਸਟੋਰੀ ਫਾਈਨਲਾਈਜ਼ ਕਰਕੇ ਜਾਓ ਵੀ ਆਹੀ ਸਟੋਰੀ ਬੋਲਣੀ ਹੈ ਮੰਨ ਲਓ ਇਹ ਕਿਊ ਕਾਰਡ ਡਿਸਕ੍ਰਾਈਬ ਸਮਥਿੰਗ ਯੂ ਗॉट ਫॉर ਫ੍ਰੀ ਤਾਂ ਹੁਣ ਤੁਸੀਂ ਫੋਨ ਵੀ ਕਹਿ ਸਕਦੇ ਮੈਨੂੰ ਫੋਨ ਫ੍ਰੀ ਮਿਲਿਆ ਤੁਸੀਂ ਜੈਕਟ ਵੀ ਕਹਿ ਸਕਦੇ ਮੈਨੂੰ ਜੈਕਟ ਫ੍ਰੀ ਮਿਲੀ ਹੈ ਤੁਸੀਂ ਬਾਈਕ ਵੀ ਕਹਿ ਸਕਦੇ ਮੈਨੂੰ ਫ੍ਰੀ ਮਿਲੇ ਡਿਸਾਈਡ ਨਾਓ ਔਰ ਨੈਵਰ ਮਤਲਬ ਹੁਣ ਡਿਸਾਈਡ ਕਰ ਲਓ ਕਿ ਤੁਸੀਂ ਉੱਥੇ ਬੁੱਕ ਕਹਿਣੀ ਹੈ ਕਿ ਮੈਨੂੰ ਬੁੱਕ ਫ੍ਰੀ ਮਿਲੀ ਹੈ ਜਾਂ ਸਵੈਟ ਸ਼ਰਟ ਕਹਿਣੀ ਹੈ ਇਹ ਮੈਨੂੰ ਫ੍ਰੀ ਮਿਲੀ ਹੈ ਜਾਂ ਤੁਸੀਂ ਜੀਨਸ ਕਹਿਣੀ ਹੈ ਇਹ ਮੈਨੂੰ ਫ੍ਰੀ ਮਿਲੀ ਹੈ ਜਾਂ 에ਅਰਪੋਡਸ ਮਿਲੇ ਆ ਇਹ ਫ੍ਰੀ ਹੈ ਉੱਥੇ ਜਾ ਕੇ ਨਹੀਂ ਯਾਰ ਕੀ ਬੋਲਾਂ ਹਨਾ ਵਾਟ ਸ਼ੁੱਡ ਆਈ ਸਪੀਕ ਤਾਂ ਅੱਜ ਆਪਾਂ ਉਹ ਡਿਸਾਈਡ ਕਰਕੇ ਇੱਥੇ ਬੈਠਣਾ ਵਾ ਵੀ ਇਸ ਕਿਊ ਕਾਰਡ ਦੇ ਵਿੱਚ ਮੇਰੀ ਆਹ ਸਟੋਰੀ ਰਹੂਗੀ ਫਾਈਨਲਾਈਜ਼ ਕਰ ਲਓ ਆਪਣੀ ਨੋਟਬੁੱਕ ਦੇ ਵਿੱਚ ਕਲੀਅਰ ਐਂਡ ਦੈਨ 1 ਮਿੰਟ ਦੇ ਵਿੱਚ you have to note down around 12 to 15 words ਹੁਣ ਆਪਾਂ ਨੂੰ 12 ਤੋਂ 15 ਵਰਡ ਤੁਹਾਨੂੰ ਸਿਲੈਕਟ ਕਰਨੇ ਪੈਣਗੇ ਅਕੋਰਡਿੰਗ ਟੂ ਦਾ ਸਟੋਰੀ ਹੁਣ ਦੇਖੋ ਆਪਣੀ ਜਿਹੜੀ ਲਾਈਫ ਆ ਉਹ ਇੱਕ ਜਰਨੀ ਦੀ ਤਰ੍ਹਾਂ ਚੱਲਦੀ ਠੀਕ ਹੈ ਤਾਂ ਉਹ ਜਰਨੀ ਦਾ ਕੀ ਹੁੰਦਾ ਇੱਕ ਸਟਾਰਟਿੰਗ ਪੁਆਇੰਟ ਔਰ ਅੱਗੇ ਅੱਗੇ ਹੌਲੀ ਹੌਲੀ ਮੂਵ ਹੁੰਦੇ ਹੁੰਦੇ ਆਪਾਂ ਕਿੱਥੇ ਪਹੁੰਚ ਜਾਂਦੇ ਆ ਐਂਡ ਤੇ ਸੋ ਇਸ ਕਰਕੇ ਕਹਿੰਦੇ ਕਿ ਲਾਈਫ ਦੇ ਵਿੱਚ ਸ਼ਾਰਟਕਟ ਨਾ ਲਓ ਕਿਉਂਕਿ ਸ਼ਾਰਟਕਟ ਮਾਰ ਕੇ ਆਪਾਂ ਕਿੱਥੇ ਪਹੁੰਚ ਜਾਣਾ ਐਂਡ ਤੇ ਤਾਂ ਲਾਈਫ ਆਪਣੀ ਕੀ ਹੋ ਜਾਊਗੀ ਐਂਡ ਸੋ ਜਲਦੀ ਲਾਈਫ ਦੇ ਵਿੱਚ ਆਪਾਂ ਜਿਆਦਾ ਸ਼ਾਰਟਕਟ ਨਹੀਂ ਮਾਰਨੇ ਸਲੋ ਐਂਡ ਸਟੈਡੀ ਵਿਨਸ ਦੀ ਰੇਸ ਤਾਂ ਹੁਣ ਆਪਾਂ ਤੁਹਾਨੂੰ ਸਲੋ ਐਂਡ ਸਟੈਡੀ ਦੱਸਾਂਗੇ ਵੀ ਕਿੱਦਾਂ 2 ਮਿੰਟ ਕਵਰ ਕਰਨੇ ਆ ਸਲੋ ਜਾ ਕੇ ਸੋ ਐਵਰੀ ਕਿਊ ਕਾਰਡ ਨੀਡਸ ਅ ਸਟੋਰੀ ਈਦਰ ਰੀਅਲ ਔਰ ਫਿਕਸ਼ਨ ਮਤਲਬ ਇਹ ਫ੍ਰੀ ਤੁਹਾਨੂੰ ਚਾਹੇ ਮਿਲਿਆ ਚਾਹੇ ਨਹੀਂ ਮਿਲਿਆ ਮੰਨ ਲਓ 에ਅਰਪੋਡ ਹੈ ਨਾ ਤੁਸੀਂ ਬਾਈ ਕੀਤੇ ਆ ਖੁਦ ਪੈਸੇ ਆਪਦੇ ਲਾਏ ਆ
ਬਟ ਉੱਥੇ ਜਾ ਕੇ ਉਹਨਾਂ ਨੂੰ ਕੀ ਪਤਾ ਵੀ ਇਹ ਤੁਸੀਂ ਲਾਏ ਹੈ ਨਾ। ਤੁਸੀਂ ਕਹਿ ਸਕਦੇ ਆ ਵੀ ਮੇਰਾ ਹੈ ਨਾ ਯੰਗਰ ਬ੍ਰਦਰ ਐਲਡਰ ਬ੍ਰਦਰ ਹੈ ਨਾ ਵੀ ਉਹ ਕੈਨੇਡਾ ਤੋਂ ਆਇਆ ਤਾਂ ਉਹ ਹੈ ਨਾ ਇਹ ਨਾਲ ਹੀ ਪਰਚੇਜ਼ ਕਰਕੇ ਲੈ ਕੇ ਆਇਆ ਤਾਂ ਉਹ ਕਹਿੰਦਾ ਵੀ ਗਿਫਟ ਆ ਤੇਰੇ ਲਈ। ਹੁਣ ਐਗਜ਼ਾਮੀਨਰ ਡਸਨਟ ਨੋ ਕਿ ਹਾਂਜੀ ਇਹ ਤੁਸੀਂ ਲੈ ਕੇ ਆਂਦਾ। ਸੋ ਸੇਮ ਪ੍ਰੋਡਕਟ ਜਿਹੜਾ ਵਾ ਤੁਸੀਂ ਨੈਕਸਟ ਕਿਊ ਕਾਰਡ ਆ ਗਿਆ, ਡਿਸਕ੍ਰਾਈਬ ਐਨ ਆਈਟਮ ਯੂ ਵਾਂਟ ਟੂ ਬਾਈ। ਹੁਣ ਤੁਸੀਂ ਖਰੀਦਣਾ ਚਾਹੁੰਦੇ ਤਾਂ ਹੁਣ ਉਹਨਾਂ ਨੂੰ ਕੀ ਪਤਾ ਵੀ ਤੁਹਾਡੇ ਕੋਲ 에ਅਰਪੋਰਟਸ ਹੈਗੇ, ਉੱਥੇ ਕਿਹੜਾ ਲਾ ਕੇ ਜਾਣੇ ਆਪਾਂ। ਉੱਥੇ ਤੁਸੀਂ ਕਹਿ ਸਕਦੇ ਆ ਵੀ ਹਾਂਜੀ ਦਿਸ ਇਜ਼ ਦ ਸੇਮ ਪ੍ਰੋਡਕਟ ਵਿਚ ਆਈ ਵਾਂਟ ਟੂ ਬਾਈ। ਤਾਂ ਮਤਲਬ ਉਹੀ ਚੀਜ਼ ਸੇਮ ਰਹੂਗੀ ਤਾਂ ਜਿਹੜੀ ਰੀਅਲ ਸੀ ਉਹਨੂੰ ਕੀ ਬਣਾ ਦਿਓ ਫਿਕਸ਼ਨ, ਜਿਹੜੀ ਫਿਕਸ਼ਨ ਸੀ ਉਹਨੂੰ ਕੀ ਬਣਾ ਦਿਓ ਰੀਅਲ। ਮਤਲਬ ਤੁਸੀਂ ਪ੍ਰਿਪੇਅਰ ਕੀਤਾ ਹੋਊਗਾ ਵੀ ਹਾਂ ਐਨ ਆਈਟਮ ਵਿਚ ਆਈ ਵਾਂਟ ਟੂ ਬਾਈ, ਤਾਂ ਮਤਲਬ ਕਹਿਤਾ ਜੀ ਮੈਂ ਜੀ ਫਰਾਰੀ ਹੈ ਨਾ ਜਾਂ ਕੁਝ ਇਦਾਂ ਦੀ ਕਾਰ ਜਾਂ ਕੋਈ ਬਾਈਕ ਜਾਂ ਹੈ ਨਾ ਕੋਈ ਫੋਨ ਇਦਾਂ ਦਾ ਮੈਂ ਖਰੀਦਣਾ ਚਾਹੁੰਦਾ। ਬਟ ਫਾਈਨਲ ਐਗਜ਼ਾਮ 'ਚ ਤੁਹਾਨੂੰ ਇਹ ਆ ਗਿਆ ਕਿ ਡਿਸਕ੍ਰਾਈਬ ਸਮਥਿੰਗ ਯੂ ਗॉट ਫॉर ਫ੍ਰੀ, ਔਰ ਤੁਸੀਂ ਕਹੋ ਯਾਰ ਮੈਂ ਤਾਂ ਇਹ ਪ੍ਰਿਪੇਅਰ ਹੀ ਨਹੀਂ ਕੀਤਾ, ਇਹ ਤਾਂ ਉਹ ਕਿਊ ਕਾਰਡ ਆ ਗਿਆ। ਬਟ ਜੇ ਥੋੜਾ ਜਿਹਾ ਤੁਸੀਂ ਕਾਮਨ ਸੈਂਸ ਯੂਜ਼ ਕਰੋ ਤਾਂ ਯੂ ਕੈਨ ਯੂਜ਼ ਦੀ ਸੇਮ ਸਟੋਰੀ ਹੇਅਰ। ਉਹੀ ਸਟੋਰੀ ਆਪਣੀ ਇੱਥੇ ਵੀ ਚੱਲ ਜੂ। ਨਾਓ ਐਵਰੀ ਸਟੋਰੀ ਹੈਜ਼ ਡਿਟੇਲ। ਹਰ ਸਟੋਰੀ ਦੀ ਕੀ ਹੁੰਦੀ ਆ ਡਿਟੇਲ ਹੁੰਦੀ ਆ। ਹਰ ਸਟੋਰੀ ਦੇ ਵਿੱਚ ਫੈਕਟਸ ਹੁੰਦੇ ਆ, ਹਰ ਸਟੋਰੀਜ਼ ਦੇ ਵਿੱਚ ਪਰਸਨਸ ਹੁੰਦੇ। ਮਤਲਬ ਹਰ ਸਟੋਰੀ ਫਿਲਮ ਦੀ ਸਟੋਰੀ ਹੁੰਦੀ ਆ ਤਾਂ ਉਹਦੇ ਵਿੱਚ ਹੀਰੋ ਵੀ ਹੁੰਦਾ, ਹੀਰੋਇਨ ਵੀ ਹੁੰਦੀ ਆ, ਵਿਲਨ ਵੀ ਹੁੰਦਾ, ਸਾਈਡ ਰੋਲ ਵੀ ਹੁੰਦਾ ਹੈ ਨਾ। ਉਹ ਸਾਰੇ ਪਰਸਨ ਜਿਹੜੇ ਆ ਹੈ ਨਾ ਇੱਕ ਸਟੋਰੀ 'ਚ ਹੁੰਦੇ। ਤਾਂ ਵੀ ਹੈਵ ਪਲੇਸਿਸ, ਮਤਲਬ ਹਰ ਸਟੋਰੀ ਜਿਹੜੀ ਆ ਹੈ ਨਾ ਤਾਂ ਸ਼ੁਰੂ ਪਿੰਡ ਤੋਂ ਹੁੰਦੀ ਆ, ਬਾਅਦ ਦੇ ਵਿੱਚ ਹੈ ਨਾ ਉਹ ਕੈਨੇਡਾ ਪਹੁੰਚ ਜਾਂਦੀ ਆ, ਤਾਂ ਫਿਰ ਉਹ ਕਿਤੇ ਜੇਲ੍ਹ 'ਚ ਪਹੁੰਚ ਗਏ, ਕਿਤੇ ਕਿੱਥੇ ਪਹੁੰਚ ਗਏ। ਤਾਂ ਹਰ ਸਟੋਰੀ ਦੇ ਵਿੱਚ ਡਿਫਰੈਂਟ ਪਲੇਸਿਸ ਆਉਂਦੇ ਆ ਔਰ ਹਰ ਸਟੋਰੀ ਦੇ ਵਿੱਚ ਕੀ ਹੁੰਦੇ ਆ ਡਾਇਲੌਗਸ। ਤਾਂ ਮਤਲਬ ਕੁਝ ਡਾਇਲੌਗ ਤੁਸੀਂ ਮਾਰੋਗੇ, ਕੁਝ ਡਾਇਲੌਗ ਜਿਹੜਾ ਉਹ ਵਿਲਨ ਮਾਰੂਗਾ, ਕੁਝ ਡਾਇਲੌਗ ਜਿਹੜਾ ਤੁਹਾਡਾ ਸਪੋਰਟਰ ਆ ਉਹ ਮਾਰੂਗਾ। ਸੋ ਇਹ ਸਾਰੀਆਂ ਚੀਜ਼ਾਂ ਆਪਾਂ ਨੂੰ 1 ਮਿੰਟ ਦੇ ਵਿੱਚ ਪਹਿਲਾਂ ਹੀ ਡਿਸਾਈਡ ਕਰਕੇ ਚੱਲਣਾ ਆਪਾਂ ਵੀ ਇੱਥੋਂ ਸਟਾਰਟ ਕਰਨਾ ਔਰ ਇੱਥੋਂ ਆਪਾਂ ਬਿਗਨਿੰਗ। ਹੁਣ ਐਵਰੀ ਕਿਊ ਕਾਰਡ ਵੀ ਹੈਵ 4 ਬੁਲਟ ਪੁਆਇੰਟਸ। ਆਪਣੇ ਕੋਲ ਪਹਿਲਾ ਬੁਲਟ ਪੁਆਇੰਟ ਕੀ ਸੀਗਾ ਸਟਾਰਟਿੰਗ ਦੇ ਵਿੱਚ ਵਾਟ। ਤਾਂ ਹੁਣ ਆਪਾਂ ਆਈਟਮ ਡਿਸਾਈਡ ਕਰ ਲਈਏ ਵੀ ਕੀ ਬੋਲਣੀ ਹੈ। ਹੁਣ ਜਿਨ੍ਹਾਂ ਨੇ ਆਪਣਾ ਲਾਸਟ ਹੈ ਨਾ ਕੱਲ ਹੀ ਆਪਾਂ ਇੱਕ ਵਲੌਗ ਅਪਲੋਡ ਕੀਤਾ ਜਿਹੜਾ ਕਿ ਸਟ੍ਰਾਬੇਰੀਜ਼ ਰਿਲੇਟਡ ਸੀਗਾ ਵੀ ਇੱਕ ਐਕਸ ਪ੍ਰੋਫੈਸਰ ਹੈ ਨਾ ਮੇਰਾ ਮਤਲਬ ਹੈ ਨਾ ਨੋਨ ਪਰਸਨ ਆ, ਫਰੈਂਡ ਹੀ ਆ, ਤਾਂ ਉਹ ਐਕਸ ਪ੍ਰੋਫੈਸਰ ਦੀ ਜੌਬ ਛੱਡ ਕੇ ਹੈ ਨਾ ਤਾਂ ਉਹਨੇ ਸਟ੍ਰਾਬੇਰੀਜ਼ ਦੀ ਫਾਰਮਿੰਗ ਸ਼ੁਰੂ ਕਰ ਲਈ। ਔਰ ਮੈਂ ਉਹਦੀ ਇੰਟਰਵਿਊ ਕੀਤੀ, ਸਾਰਾ ਕੁਝ ਹੈ ਨਾ ਉਹਨਾਂ ਨੂੰ ਮਿਲੇ ਤੇ ਉਹਨਾਂ ਨੇ ਐਟ ਦੀ ਐਂਡ ਜਿਹੜਾ ਆਪਣੀਆਂ ਸਟ੍ਰਾਬੇਰੀਜ਼ ਦਾ ਬਾਕਸਿਸ ਹੈ ਨਾ ਤਾਂ ਉਹ ਸਾਨੂੰ ਐਜ਼ ਅ ਗਿਫਟ ਦਿੱਤਾ। ਹੁਣ ਮੈਨੂੰ ਦਿੱਤਾ ਤੁਹਾਨੂੰ ਦਿੱਤਾ ਗੱਲ ਇੱਕੋ ਹੀ ਹੈ। ਐਕਸਪੀਰੀਅੰਸ ਇਜ਼ ਨੌਲੇਜ, ਤਜਰਬਾ ਹੀ ਗਿਆਨ ਹੁੰਦਾ। ਮੈਂ ਹੁਣ ਆਪਦਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰੂੰਗਾ, ਠੀਕ ਹੈ। ਤੇ ਜਿਨ੍ਹਾਂ ਨੇ ਉਹ ਵੀਡੀਓ ਨਹੀਂ ਦੇਖੀ ਉਹ ਵੀਡੀਓ ਦੇਖ ਲੈਣ ਤੇ ਨੈਕਸਟ ਟਾਈਮ ਐਗਜ਼ਾਮੀਨਰ ਨੂੰ ਜਾ ਕੇ ਉਹ ਕਹਿ ਸਕਦੇ ਆ ਵੀ ਹਾਂਜੀ ਇਹੀ ਬਾਕਸ ਸਾਨੂੰ ਸਟ੍ਰਾਬੇਰੀ ਦਾ ਫ੍ਰੀ ਮਿਲਿਆ ਸੀਗਾ। ਉਹ ਆਪਣਾ ਵਲੌਗ ਜਿਹੜਾ ਵਾ ਦੇਖ ਕੇ ਆਪਣੀ ਨੌਲੇਜ ਲੈ ਸਕਦੇ, ਠੀਕ ਹੈ। ਸੋ ਹੁਣ ਆਪਾਂ ਇੱਥੇ 1 ਮਿੰਟ ਲਾਉਣਾ ਔਰ 1 ਮਿੰਟ ਦੇ ਵਿੱਚ ਠੀਕ ਹੈ ਜੀ ਆਹ ਡਿਟੇਲਸ ਫਿਲ ਕਰਨੀਆਂ। ਮਤਲਬ ਫਿਲ ਇਨ ਦਾ ਬਲੈਂਕਸ ਆਪਾਂ ਹੁਣ ਫਿਲ ਕਰਨ ਜਾ ਰਹੇ ਆ ਵੀ ਉਹ ਆਪਾਂ ਨੂੰ ਫ੍ਰੀ ਕਿਹੜੀ ਚੀਜ਼ ਮਿਲੀ। ਤਾਂ ਮੰਨ ਲਓ ਕਿ ਮੈਂ ਕਹਿੰਦਾ ਕਿ ਕੀ ਮਿਲਿਆ ਮੈਨੂੰ ਨਾ ਸਟ੍ਰਾਬੇਰੀ। ਹੁਣ ਤਾਂ ਸਟ੍ਰਾਬੇਰੀ ਦਾ ਕੀ ਸੀ ਉਹ ਹੈ ਨਾ ਪੈਕੇਜ ਕਹਿ ਲਓ, ਬਾਕਸ ਕਹਿ ਲਓ ਆਫ 2 kg। ਤਾਂ ਹੁਣ ਸਟ੍ਰਾਬੇਰੀ ਕੀ ਹੈ ਇੱਕ ਨਾ ਇਹ ਇੱਕ ਫਰੂਟ ਹੈ ਔਰ ਫਰੂਟ ਜਿਹੜਾ ਵਾ ਇਹ ਹੈ ਸੀਜ਼ਨਲ ਫਰੂਟ। ਮਤਲਬ ਹੈ ਨਾ ਐਵਰੀ ਟਾਈਮ ਹੈ ਨਾ ਮਤਲਬ ਹਮੇਸ਼ਾ ਆਪਾਂ ਨੂੰ ਅਵੇਲੇਬਲ ਨਹੀਂ ਹੁੰਦਾ ਵੀ ਇਹ ਇੱਕ ਥੋੜਾ ਜਿਹਾ ਸੀਜ਼ਨਲ ਫਰੂਟ। ਔਰ ਆਪਣਾ ਇੰਡੀਅਨ ਹੈ ਕਿ ਨੈਸ਼ਨਲ ਇੰਟਰਨੈਸ਼ਨਲ ਫਰੂਟ ਹੈ ਆਪਣਾ ਤਾਂ ਨਹੀਂ ਹੈ ਨਾ ਸੋ ਥੋੜਾ ਜਿਹਾ ਕੀ ਹੈ ਨਾ ਫੇਮਸ ਵੀ ਹੈ, ਇੰਟਰਨੈਸ਼ਨਲ ਵੀ ਹੈ ਔਰ ਥੋੜਾ ਜਿਹਾ ਕੀ ਹੈ ਐਕਸਪੈਂਸਿਵ। ਮਤਲਬ ਆਪਾਂ one ਵਰਡ ਲਿਖ ਲਿਆ ਕਿ ਜਿਹੜਾ ਆਪਾਂ ਸਟਾਰਟਿੰਗ ਦੇ ਵਿੱਚ ਦੱਸਾਂਗੇ ਵੀ ਇਸ ਪ੍ਰੋਡਕਟ ਦੇ ਬਾਰੇ। ਹੁਣ ਗੱਲਾਂ ਇਹ ਨਹੀਂ ਹੈ ਨਾ ਯੈਸਟਰਡੇ ਆਈ ਗਾਟ ਹੈ ਨਾ ਸਟ੍ਰਾਬੇਰੀਜ਼ ਫਰੋਮ ਹੈ ਨਾ ਫ੍ਰੀ ਆਫ ਕਾਸਟ ਹੈ ਨਾ ਮਾਈ ਬ੍ਰਦਰ ਗੇਵ ਮੀ ਹੈ ਨਾ 1 box ਆਫ ਸਟ੍ਰਾਬੇਰੀ, ਇਟ ਵਾਸ ਵੈਰੀ ਸਵੀਟ ਹੈ ਨਾ ਆਈ ਇੰਜੋਇਡ ਵੈਰੀ ਮਚ ਐਂਡ ਆਈ ਏਟ ਆਲ ਦਾ ਬਾਕਸ। ਇਹਦੇ ਨਾਲ ਤਾਂ ਫਿਰ ਆਪਣੀ ਸਟੋਰੀ ਜਿਹੜੀ ਫਿਰ ਉਹੀ ਗੱਲ ਤੁਸੀਂ ਸ਼ਾਰਟਕਟ ਲੈ ਲਿਆ ਤੇ ਸ਼ਾਰਟਕਟ ਲੈ ਕੇ ਪਹੁੰਚ ਕਿੱਥੇ ਗਏ ਐਂਡਿੰਗ ਤੇ ਜਲਦੀ ਐਂਡ ਹੋ ਜਾਊਗਾ ਆਪਣਾ। ਆਈ ਵਾਸ ਵੈਰੀ ਹੈਪੀ ਹੈ ਨਾ ਬਹੁਤ ਜਲਦੀ ਐਂਡਿੰਗ ਹੋ ਜਾਊਗੀ। ਬਟ ਹੁਣ ਥੋੜਾ ਜਿਹਾ ਇੱਕ ਗੱਲ ਸਮਝਣੀ ਹੈ ਕਿ ਇਹ ਜਿਹੜੇ ਤੁਹਾਡੇ ਬੁਲਟ ਪੁਆਇੰਟਸ ਆ 4 ਬੁਲਟ ਪੁਆਇੰਟ ਤੁਹਾਨੂੰ ਕਿਉਂ ਦਿੰਦੇ ਆ। ਇਹ ਸਟਾਪ ਹੈ। ਮੰਨ ਲਓ ਜੇ ਆਪਾਂ ਚੰਡੀਗੜ੍ਹ ਜਾਣਾ ਹੋਵੇ ਨਾ ਜਾਂ 골ਡਨ ਟੈਂਪਲ ਜਾਣਾ ਹੋਵੇ ਤਾਂ ਆਪਾਂ ਨੂੰ ਪਤਾ ਹੁੰਦਾ ਵੀ ਮੋਗਿਓ ਆਪਾਂ ਹਨਾ ਸਟਾਰਟ ਕੀਤੀ ਆ ਆਪਣੀ ਜਰਨੀ ਤੇ ਯਾਰ ਹਨਾ 40 ਕਿਲੋਮੀਟਰ ਜਾ ਕੇ ਹਨਾ ਮਖੂ ਜਾਂ ਹਰੀਕੇ ਆ ਜਾਂਦਾ, ਉੱਥੇ ਚਾਹ ਪੀਵਾਂਗੇ। ਉਹ ਕ੍ਰਾਸ ਕਰਕੇ ਫਿਰ 30-40 ਕਿਲੋਮੀਟਰ ਹਨਾ ਤਰਨਤਾਰਨ ਆ ਜਾਂਦਾ, ਤਾਂ ਤਰਨਤਾਰਨ ਹਨਾ ਨਿਕਲ ਕੇ ਸਬਵੇ ਆਉਂਦਾ, ਚਲੋ ਆਪਾਂ ਉੱਥੇ 10 ਮਿੰਟ ਕੱਢ ਜਾਾਂਗੇ ਹਨਾ ਰਿਲੈਕਸ ਹੋ ਜਾਾਂਗੇ ਹਨਾ। ਤਾਂ ਫਿਰ ਜਦੋਂ ਆਪਾਂ 골ਡਨ ਟੈਂਪਲ ਪਹੁੰਚਣ ਵਾਲੇ ਹੋਏ ਤਾਂ ਉੱਥੇ ਪਾਰਕਿੰਗ ਦੇ ਵਿੱਚ 5 ਮਿੰਟ ਖੜਾਂਗੇ। ਤੇ ਜੇ ਆਪਾਂ 2 ਕਾਰ ਤੇ ਗਏ ਆ ਤਾਂ ਚਲੋ ਆਪਣੇ ਹਨਾ ਉਹਨਾਂ ਨੂੰ ਵੇਟ ਕਰਕੇ ਇਕੱਠੇ ਕਰਕੇ ਫਿਰ ਆਪਾਂ ਅੱਗੇ ਚੱਲਾਂਗੇ। ਤਾਂ ਇਹ ਉਹ ਸਟਾਪ ਕਹਿ ਲਓ। ਬੁਲਟ ਪੁਆਇੰਟਸ ਆਰ ਸਟਾਪੇजेस। ਤਾਂ ਇਹ ਆਪਣੇ ਸਟਾਪੇजेस ਆ
ਤਾਂ ਹੁਣ ਇਹ ਨਾ ਹੋਵੇ ਕਿ ਸਿੱਧਾ ਹੀ ਮਤਲਬ ਡਾਇਰੈਕਟਲੀ ਆਪਾਂ ਇੱਥੇ ਪਹੁੰਚ ਗਏ, ਤੁਸੀਂ ਸਿੱਧਾ ਹੀ 골ਡਨ ਟੈਂਪਲ ਦੀ ਪਾਰਕਿੰਗ 'ਚ ਪਹੁੰਚ ਜਾਂਦੇ ਆ, ਰਾਸਤੇ ਦੇ ਵਿੱਚ ਕਿਤੇ ਰੁਕਦੇ ਹੀ ਨਹੀਂ। ਸੋ ਰੁਕ ਕੇ ਆਪਣੀ ਸਪੀਕਿੰਗ ਜਿਹੜੀ ਆ ਉਹ ਅੱਗੇ ਨੂੰ ਫਾਰਵਰਡ ਕਰਨੀ। ਫਸਟ ਬੁਲੇਟ ਪੁਆਇੰਟ ਗॉट ਇਟ, ਪਤਾ ਲੱਗੇ। ਔਰ ਸੈਕੰਡ ਬੁਲੇਟ ਪੁਆਇੰਟ ਸੀ ਆਪਣਾ ਹੂ ਯੂ ਰਿਸੀਵਡ ਫਰੋਮ। ਤਾਂ ਇਹ ਹੁਣ ਤੁਹਾਨੂੰ ਫ੍ਰੀ ਆਫ ਬਾਕਸ ਕਿਹਨੇ ਦਿੱਤਾ? ਤਾਂ ਹੁਣ ਸਭ ਤੋਂ ਪਹਿਲਾਂ ਕੀ ਆਊਗਾ? ਨੇਮ, ਰਾਈਟ। ਤਾਂ ਹੁਣ ਨੇਮ ਆਪਾਂ ਦੱਸਤਾ ਸੁਖਵੀਰ ਸਿੰਘ, ਬਟ ਹੁਣ ਇਹ ਸੁਖਵੀਰ ਸਿੰਘ ਕੌਣ ਹੈ? ਤਾਂ ਹੁਣ ਉਹ ਜਾਂ ਤਾਂ ਮੇਰਾ ਫਰੈਂਡ ਹੋਊਗਾ ਜਾਂ ਮੇਰਾ ਬ੍ਰਦਰ, ਕੁਛ ਤਾਂ ਹੋਊਗਾ ਹੀ, ਉਹ ਮੇਰਾ ਲੱਗਦਾ ਹੋਊਗਾ, ਪਰ ਕਲਾਸਮੇਟ ਹੋਊਗਾ, ਸਕੂਲਮੇਟ ਹੋਊਗਾ, ਕਦੋਂ ਤੋਂ ਉਹਦੇ ਨਾਲ। ਹੁਣ ਇਹਦੀ ਵੀ ਡਿਟੇਲ ਦੇਣੀ ਆ, ਮਤਲਬ ਦਿਸ ਇਜ਼ ਦ ਥਿੰਗ ਵਿਚ ਯੂ ਲੀਵ। ਆ ਉਹ ਚੀਜ਼ ਹੈ ਜਿਹੜੀ ਤੁਸੀਂ ਛੱਡ ਦਿੰਦੇ ਆ। ਮਤਲਬ ਲਾਸਟ ਵੀਕ ਹੈ ਨਾ, ਯੈਸਟਰਡੇ ਆਈ ਗॉट ਹੈ ਨਾ ਫ੍ਰੀ ਸਟ੍ਰਾਬੇਰੀਜ਼ ਹੈ ਨਾ ਫਰੋਮ ਮਾਈ ਫਰੈਂਡ ਹੈ ਨਾ, he gave me one box है ना, I was in Moga, I was here and there है ना, he gave, फिर I was very happy। मतलब डायरेक्टली एक सेंटेंस बोल के तुसी you move to the next point। बट आपा एक बुलेट पॉइंट ते कितना टाइम लाना? 15 to 20 seconds। तो मतलब you have 4 sentences more to speak। तो फर्स्ट बुलेट पॉइंट ते भी 4 sentences आ गए। हुण आपा 4 sentences उस पर्सन दे बारे बोलने हैं। तो मतलब मैं कहूंगा भी he is my है ना relative है ना, a relative from है ना, this is his village Mansoura, that is district Ludhiana, and he is my brother-in-law, right? And who is ex-professor come right farmer, right? And he is in his early 30s, right? And he is 6'4", right? Handsome, right? मतलब ਜਿੰਨਾ ਵੀ ਮੈਂ ਉਹਦੇ ਬਾਰੇ ਦੱਸ ਸਕਦਾ ਤਾਂ ਇਹਦੇ ਨਾਲ ਜਿਹੜੇ ਪਰਸਨ ਨੂੰ ਤੁਸੀਂ ਦੱਸ ਰਹੇ ਆ, ਮੰਨ ਲਓ ਹੈ ਨਾ, ਆਈ ਹੈਵਨਟ ਸਪੋਕਨ, ਮੈਂ ਹਜੇ ਬੋਲਿਆ ਨਹੀਂ ਕੁਝ, ਬਟ ਤੁਸੀਂ ਮੇਰੇ ਇਹ ਬੁਲੇਟ ਪੁਆਇੰਟਸ ਤੋਂ ਆਈਡੀਆਜ਼ ਤੋਂ ਦੱਸੋ ਕਿ ਤੁਹਾਡੇ ਮਾਈਂਡ ਦੇ ਵਿੱਚ ਇੱਕ ਪਿਕਚਰ ਬਣ ਗਈ ਪਰਸਨ ਦੀ ਕਿ ਨਹੀਂ ਬਣ ਗਈ, ਹੈ ਨਾ। ਵੀ ਉਹ 6'4" ਹੈ, ਮਤਲਬ ਇੱਥੇ ਉਹਦੀ ਹਾਈਟ ਹੋਊਗੀ, ਠੀਕ ਹੈ। ਔਰ ਉਹ ਲਿਵ ਕਰਦਾ ਵਾ ਹੈ ਨਾ, ਉਹ ਰਹਿੰਦਾ ਵਾ ਲੁਧਿਆਣਾ ਡਿਸਟ੍ਰਿਕਟ ਦੇ ਵਿੱਚ। ਔਰ ਐਕਸ ਪ੍ਰੋਫੈਸਰ ਹੈ, ਮਤਲਬ ਹੀ ਹੈਜ਼ ਲੈਫਟ ਹਿਸ ਜੌਬ ਆਫ ਪ੍ਰੋਫੈਸਰ ਐਂਡ ਨਾਓ ਹੀ ਹੈਜ਼ ਬਿਕਮ ਅ ਫਾਰਮਰ। ਮਤਲਬ ਹੁਣ ਬਣੇ ਤਾਂ ਤੁਹਾਡੇ ਦਿਮਾਗ ਦੇ ਵਿੱਚ ਕੁਝ ਆਈਡੀਆ ਆਊਗਾ, ਹੈ ਨਾ। ਔਰ ਉਹ ਹੈਂਡਸਮ ਵੀ ਹੈ, ਮਤਲਬ ਇੰਨੀ ਹਾਈਟ ਦਾ ਪਰਸਨ ਹੋਵੇ, ਠੀਕ ਹੈ, ਔਰ ਗੁੱਡ ਲੁਕਿੰਗ ਵੀ ਹੋਵੇ, ਤਾਂ ਹੁਣ ਇੱਕ ਤੁਹਾਡੇ ਮਾਈਂਡ ਦੇ ਵਿੱਚ ਪਿਕਚਰ ਬਣ ਗਈ। ਤੇ ਜੇ ਮੈਂ ਸਿੱਧਾ ਹੀ ਲੰਘ ਜਾਂਦਾ, ਠੀਕ ਹੈ, ਤਾਂ ਆਈ ਗॉट ਸਟ੍ਰਾਬੇਰੀਜ਼ ਹੈ ਨਾ ਫਰੋਮ ਮਾਈ ਫਰੈਂਡ ਸੁਖਵੀਰ, ਰਾਈਟ, ਐਂਡ ਦਿਸ ਇਜ਼ ਵੈਰੀ ਸਵੀਟ ਐਂਡ ਦਿਸ ਦੈਟ, ਜਿਹੜੇ ਡਾਇਰੈਕਟਲੀ ਨਿਕਲ ਜਾਂਦਾ ਤਾਂ ਫਿਰ ਆਪਾਂ ਨੂੰ ਆਹ ਡਿਟੇਲਸ ਬਾਰੇ ਪਤਾ ਨਹੀਂ ਲੱਗਦਾ। ਫਿਰ ਉਹਦੀ ਸਟੋਰੀ ਦੇ ਵਿੱਚ ਕੀ ਹੁੰਦੀਆਂ? ਡਿਟੇਲਸ। ਉਹ ਡਿਟੇਲਸ ਐਡ ਆਨ ਕਰਨੀਆਂ ਸ਼ੁਰੂ ਕਰ ਲਓ, ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕਿ 2 ਮਿੰਟਸ ਜਿਹੜੇ ਆ ਉਹ ਓਵਰਵਿਊ ਹੋ। ਥਰਡ ਕਿਊ ਕਾਰਡ ਸੀ, ਤਾਂ ਥਰਡ ਬੁਲੇਟ ਪੁਆਇੰਟ ਸੀ ਆਪਣਾ ਵੇਅਰ ਯੂ ਰਿਸੀਵਡ ਇਟ। ਤਾਂ ਹੁਣ ਇਹ ਤੁਹਾਨੂੰ ਕਿੱਥੇ ਮਿਲੀ? ਸੋ ਜੇ ਉੱਥੇ ਰਹਿੰਦਾ ਕਿੱਥੇ ਮਿਲੀ ਹੈ ਨਾ, ਤਾਂ ਆਈ ਵੈਂਟ ਟੂ ਹੈ ਨਾ ਹਿਸ ਵਿਲੇਜ, ਮੈਂ ਉਹਦੀ ਵਿਲੇਜ ਦੇ ਵਿੱਚ ਗਿਆ ਟੂ ਮੀਟ ਹੈ ਨਾ, ਤਾਂ ਉਹਨੂੰ ਮੈਂ ਮਿਲਣ ਗਿਆ। ਬਟ ਹੀ ਵਾਜ਼ ਨਾਟ ਐਟ ਹਿਸ ਹੋਮ, ਤਾਂ ਮਤਲਬ ਉਹ ਆਪਣੇ ਘਰ 'ਚ ਨਹੀਂ ਸੀਗਾ। ਨਾਟ ਐਟ ਹੋਮ, ਤਾਂ ਹੁਣ ਘਰ ਨਹੀਂ ਹੋਊਗਾ ਤਾਂ ਕਿੱਥੇ ਹੋਊਗਾ? ਹੈ ਨਾ, ਇਨ ਹਿਸ clear। ਤਾਂ ਉਹ ਜਿਹੜਾ ਫਾਰਮ ਹੈ that is around 1 to 2 kilometers away from his home, ਔਰ ਉਹਦਾ ਜਿਹੜਾ ਹੋਮ ਹੈ that is around 60 kilometers away from my place, ਹੈ ਨਾ। ਤਾਂ ਇਹ ਵੀ ਹੁਣ ਮੰਨ ਲਓ ਐਗਜ਼ਾਮੀਨਰ ਜਿਹੜਾ ਤੁਹਾਡੀ ਵੀਡੀਓ ਕਾਲਿੰਗ ਹੋ ਰਹੀ ਹੈ ਨਾ, ਤਾਂ ਐਗਜ਼ਾਮੀਨਰ ਤੁਹਾਡਾ ਜਿਹੜਾ ਫੋਰਨਰ ਹੈ, ਹੁਣ ਉਹਨੂੰ ਕੀ ਪਤਾ ਕਿ ਯੂ ਆਰ ਇਨ ਮੋਗਾ ਐਂਡ ਹੈ ਨਾ ਯੂ ਵੈਂਟ ਟੂ ਲੁਧਿਆਣਾ, ਯੂ ਵੈਂਟ ਟੂ ਹੈ ਨਾ, ਜਾਂ ਕੋਈ ਵਿਲੇਜ ਦਾ ਨਾਮ ਤੁਸੀਂ ਲਿਆ, ਉਹਨੂੰ ਕੀ ਪਤਾ ਵੀ ਉਹ ਕਿੱਥੇ ਹੈ, ਕਿੱਧਰ ਨੂੰ ਹੈ, ਠੀਕ ਹੈ। ਸੋ ਆਪਾਂ ਐਵਰੀ ਡਿਟੇਲ ਦੱਸਤੀ ਵੇਅਰ ਦੀ। ਆ ਸਾਰੇ ਬੁਲੇਟ ਪੁਆਇੰਟਸ ਵੇਅਰ ਦੇ ਵਿੱਚ ਆ ਗਏ ਕਿ ਨਹੀਂ ਆ ਗਏ? ਦੱਸੋ, ਸਾਰੇ ਵੇਅਰ ਦੇ ਵਿੱਚ ਆ ਗਏ, ਠੀਕ ਹੈ। 4 sentences you will be able to speak or not? 4 sentences ਹੋ ਗਏ, ਤਾਂ 4 ਬੋਲਦੇ ਬੋਲਦੇ ਤੁਸੀਂ ਮੈਨੂੰ ਦੱਸੋ ਵੀ ਇੱਕੋ ਸਾਹ 'ਚ ਤਾਂ ਨਹੀਂ ਬੋਲ ਜਾਓਗੇ, ਹੈ ਨਾ। He lives in Ludhiana and his home, he was not at his home and he was in the farm। ਤੂੰ ਸਾਹ ਵੀ ਲੈਣਾ, ਠੀਕ ਹੈ। ਸੋ 15 seconds ਤਾਂ ਨਾਰਮਲੀ ਲੱਗ ਜਾਣਗੇ ਆਪਾਂ ਨੂੰ ਆ 4 ਬੁਲੇਟ ਪੁਆਇੰਟਸ ਬੋਲਣ 'ਚ। ਕਲੀਅਰ?
ਤਾਂ ਹੁਣ ਥੋੜੇ ਜਿਹੇ ਤੁਸੀਂ ਉੱਥੇ ਫਾਰਮ ਤੇ ਚਲੇ ਗਏ, ਚਲੋ ਠੀਕ ਹੈ, ਹੁਣ ਥੋੜੀਆਂ ਦੋ ਚਾਰ ਗੱਲਾਂ ਵੀ ਹੋਣਗੀਆਂ ਹਨਾ, ਯੂ ਹਨਾ ਟਾਕਡ ਵਿਦ ਹਿਮ ਹਨਾ, ਤੁਸੀਂ ਉਹਦੀ ਅਬਾਊਟ ਫਾਰਮਿੰਗ ਦੇ ਬਾਰੇ ਪੁੱਛਿਆ ਹਨਾ, ਯੂ ਆਸਕ ਫਿਊ ਕੁਐਸਚਨਸ ਕਿ ਵਾਈ ਯੂ ਲੈਫਟ ਦੀ ਜੌਬ, ਯੂ ਵਰ ਅਰਨਿੰਗ ਹੈਂਡਸਮ, ਐਵਰੀ ਹਨਾ ਐਜੂਕੇਟਡ ਪਰਸਨ ਹੈਜ਼ ਡ੍ਰੀਮ ਟੂ ਗੈਟ ਅ ਜੌਬ ਬਟ ਹਨਾ ਯੂ ਲੈਫਟ ਅ ਜੌਬ, ਤੁਸੀਂ ਜੌਬ ਛੱਡਤੀ, ਤੁਸੀਂ ਕਿਉਂ ਛੱਡਤੀ ਹਨਾ, ਤਾਂ ਦੈਨ ਹੀ ਵੁੱਡ ਗਿਵ ਅ ਰੀਜ਼ਨ, ਫਿਰ ਉਹਦਾ ਵੀ ਡਾਇਲੌਗ ਆਊਗਾ ਹਨਾ, ਤਾਂ ਹੀ ਵਿਲ ਐਕਸਪਲੇਨ that I was earning 20 to 25,000 per month, but since I started strawberry farming, I am earning 30,000 per day. So he is earning 30,000 per day, and he was earning 30,000 per month. So you can compare the earning. है ना, तो ਤੁਸੀਂ compare ਕਰ ਸਕਦੇ। So ਇਹ ਗੱਲਾਂ ਜਿਹੜੀਆਂ ਉਹ additional ਆ ਗਈਆਂ ਆਪਣੀ। ਔਰ at the end, ਹੁਣ ਆਪਾਂ ਜਦੋਂ end ਵੱਲ ਪਹੁੰਚਾਂਗੇ, ਤਾਂ ਲਾਸਟ ਪੁਆਇੰਟ ਸੀ ਆਪਣਾ ਹਾਊ ਯੂ ਫੈਲਟ ਅਬਾਊਟ ਇਟ, ਤਾਂ ਹੁਣ ਤੁਸੀਂ ਨਾ ਕਿੱਦਾਂ ਦਾ ਫੀਲ ਕੀਤਾ। ਹੁਣ ਤੁਹਾਨੂੰ ਕੋਈ ਪਰਸਨ ਹੈ ਨਾ ਕੋਈ ਗਿਫਟ ਕਰ ਰਿਹਾ ਫ੍ਰੀ ਆਫ ਕਾਸਟ, ਵੈਸੇ ਤਾਂ ਹੈ ਨਾ ਫ੍ਰੀ ਆਫ ਕਾਸਟ ਕੋਈ ਵੀ ਚੀਜ਼ ਆਪਾਂ ਨੂੰ ਮਿਲਦੀ ਆ, ਵੀ ਡੋਂਟ ਲਾਈਕ ਇਟ ਹੈ ਨਾ, ਆਪਾਂ ਨਖਰੇ ਬਹੁਤ ਕਰਦੇ, ਵਿਆਹ ਦੇ ਵਿੱਚ ਚਲੇ ਜਾਈਏ ਨਾ ਅਗਲੇ ਦਾ ਜ਼ੋਰ ਲੱਗ ਜਾਂਦਾ ਪੂਰਾ, ਓ ਯਾਰ ਰੋਟੀ ਠੰਡੀ ਸੀ ਹੈ ਨਾ, ਆਈਸਕ੍ਰੀਮ ਗਰਮ ਸੀਗੀ ਹੈ ਨਾ, ਮਤਲਬ ਇਦਾਂ ਦੇ ਆਪਣੇ ਕੋਲ ਹੈ ਨਾ ਐਕਸਕਿਊਜ਼ਸ ਹੁੰਦੇ ਆ। ਫ੍ਰੀ ਵਾਲੀ ਕਾਸਟ ਹੈ ਨਾ, ਫ੍ਰੀ ਵਾਲੀ ਚੀਜ਼ ਜ਼ਿਆਦਾ ਪਸੰਦ ਨਹੀਂ ਆਉਂਦੀ, ਤੇ ਜਿਸ ਚੀਜ਼ ਤੇ ਆਪਣਾ 100-200 ਲੱਗ ਜਾਵੇ ਨਾ ਹੈ ਨਾ, ਤੇ ਉਹ ਫਿਰ ਆਪਾਂ ਅਗਲੇ ਪਰਸਨ ਦੀ ਹੈ ਨਾ ਚੀਜ਼ ਨੂੰ ਵੀ ਭੰਡਣ ਤੱਕ ਜਾਂਦੇ ਆ, ਨਹੀਂ ਯਾਰ ਉਹ ਨਹੀਂ ਠੀਕ, ਆ ਚੀਜ਼ ਹੈ ਨਾ ਨਵੀਂ ਲਈ ਆ ਹੈ ਨਾ, ਇਦਾਂ ਇਹ ਉਹ ਠੀਕ ਹੈ। ਸੋ ਜਦੋਂ ਪੈਸੇ ਲੱਗਣ ਉਹ ਚੀਜ਼ ਵਧੀਆ, ਫ੍ਰੀ ਹੈ ਤਾਂ ਵਧੀਆ ਨਹੀਂ ਹੈ ਨਾ। ਸੋ ਹੁਣ ਤੁਹਾਡੀ ਫੀਲਿੰਗਸ ਕਿੱਦਾਂ ਦੀਆਂ ਹੋਣਗੀਆਂ, ਹੁਣ ਤੁਸੀਂ ਜਾਂ ਤਾਂ ਫੀਲਿੰਗ ਗੁੱਡ ਆਊਗੀ, ਜਾਂ ਮਤਲਬ ਹੁਣ ਫ੍ਰੀ ਚ ਮਿਲੀ ਹੈ ਤਾਂ ਆਪਾਂ ਕੀ ਕਵਾਂਗੇ ਹੈ ਨਾ, ਗੁੱਡ ਵਾਈਬਸ ਆ ਗਈਆਂ, ਤਾਂ ਉਹ ਵਾਈਬਸ ਜਿਹੜੀਆਂ ਵਾ ਉਹ ਕਿਤੇ ਇੰਸਟਾ ਤੇ ਜਾਂ ਉਹ ਵੀਡੀਓ ਸੀ ਨਾ ਰਹਿ ਜਾਣ, ਸਨੈਪਚੈਟ ਤੇ ਨਾ ਰਹਿ ਜੇ ਹੈ ਨਾ, ਤਾਂ ਗੁੱਡ ਵਾਈਬਸ ਆਪਾਂ ਇੱਥੇ ਵੀ ਲੈ ਕੇ ਆਉਣੀ ਹੈ। ਹੋਰ ਕੋਈ ਗੁੱਡ ਫੀਲਿੰਗ ਦਾ ਵਰਡ ਦੱਸ ਦਿਓ, ਮਤਲਬ ਜਿਹਨੂੰ ਆਪਾਂ ਕਹਿ ਸਕਦੇ ਹਾਂ ਹੁਣ ਗੁੱਡ ਹੀ ਹੈ ਬਸ। ਔਰ ਤੁਸੀਂ ਕਹੋਗੇ ਆਈ ਫੈਲਟ ਵੈਰੀ ਗੁੱਡ ਐਂਡ ਯੂ ਆਰ ਆਸਕਿੰਗ ਫॉर 7 ਬੈਂਡਸ, ਹੁਣ ਤੁਹਾਨੂੰ ਲੱਗਦਾ ਵੀ ਇਸ ਚੀਜ਼ ਦੇ 7 ਬੈਂਡ ਆਉਣਗੇ, ਤੁਸੀਂ ਕਿਹਾ ਵੀ ਬਹੁਤ ਖੁਸ਼ ਹੋਗੇ। ਹੁਣ ਜੇ ਹੈ ਨਾ ਬਹੁਤ ਖੁਸ਼ ਹੋਏ ਆ ਤਾਂ ਵਰਡ ਵੀ ਦੱਸ ਦਿਓ ਕੋਈ है ना, एक फैंटास्टिक हो गया है ना, या फैबुलस हो गया, मार्वलस हो गया, और ओवर दी मून भी ਹੁੰਦਾ ਹੈ ਨਾ, ਕਲਾउड 9 ਵੀ ਹੁੰਦਾ ਹੈ। ਚਲੋ ਓਵਰ, ਹੁਣ ਖੁਸ਼ ਵੀ ਹੋ ਗਏ, ਇੱਕ ਹੀ ਫੀਲਿੰਗ ਹੈ, ਕੱਲੇ ਖੁਸ਼ ਹੀ ਹੋਏ ਸੀ। ਤੁਹਾਨੂੰ ਕੋਈ ਚੀਜ਼ ਫ੍ਰੀ ਦੀ ਮਿਲੀ ਹੈ ਨਾ, ਤਾਂ ਤੁਸੀਂ ਕਹਿ ਸਕਦੇ ਹੋ ਵੀ ਟੋਕਨ ਆਫ ਲਵ ਵੀ ਹੈ। ਸਮਝ ਰਹੇ ਆ ਖੁਸ਼ ਕਿ ਨਹੀਂ ਸਮਝ ਰਹੇ ਹੈ ਨਾ, ਕੋਈ ਚੀਜ਼ ਪਰਸਨ ਤੁਹਾਨੂੰ ਗਿਫਟ ਦੇ ਰਿਹਾ ਵਾ ਤਾਂ ਉਹ ਟੋਕਨ ਆਫ ਲਵ ਵੀ ਹੈ। ਉਹਨਾਂ ਹਰੇਕ ਨੂੰ ਥੋੜਾ ਗਿਫਟ ਦੇਣਾ ਆਪਾਂ। ਹੁਣ ਫੇਸਬੁੱਕ ਲਿਸਟ ਦੇ ਵਿੱਚ ਮੰਨ ਲਓ ਹੈ ਨਾ 500 ਫਰੈਂਡ, ਇਹਦਾ ਮਤਲਬ ਤੁਸੀਂ ਤਾਂ ਫਿਰ 500 ਕੇਕ ਕੱਟਦੇ ਹੋਵੋਗੇ ਤੇ 500 ਗਿਫਟ ਦਿੰਦੇ ਹੋਵੋਗੇ, ਤੇ ਦਿੰਨੇ ਆਪਾਂ ਸਾਲ ਦੇ ਵਿੱਚ ਇੱਕ ਜਾਂ ਦੋ ਕਿਸੇ ਨੂੰ ਗਿਫਟ, ਤੇ ਬਟ ਉਹ ਇੱਕ ਦੋ ਜਣੇ ਨੂੰ ਗਿਫਟ ਆਪਾਂ ਕੌਣ ਹੁੰਦੇ ਆ, ਉਹ ਦੇ ਆਰ ਵੈਰੀ ਕਲੋਜ਼ ਟੂ ਆਵਰ ਹਾਰਟ, ਉਹ ਆਪਣੇ ਪਰਸਨ ਹਾਰਟ ਦੇ ਬਹੁਤ ਨੇੜੇ ਹੁੰਦੇ, ਤਾਂ ਉਹਨਾਂ ਨੂੰ ਗਿਫਟ ਦਿੱਤੇ ਜਾਂ ਲੈ ਜਾਂਦੇ ਆ। ਸੋ ਇੱਥੇ ਆਪਾਂ ਜੇ ਪਰਸਨ ਨੇ ਮੈਨੂੰ ਕੋਈ ਚੀਜ਼ ਦਿੱਤੀ ਹੈ ਤਾਂ ਆਟੋਮੈਟਿਕਲੀ ਇਹ ਇੱਕ ਟੋਕਨ ਆਫ ਲਵ ਹੋ ਗਿਆ, ਠੀਕ ਹੈ ਜੀ, ਖੁਸ਼ੀ ਵੀ ਹੋ ਗਈ, ਆਪਣੀ ਬੌਂਡਿੰਗ ਜਿਹੜੀ ਹੈ ਉਹ ਵੀ ਸਟਰੋਂਗ ਹੋ ਗਈ। ਚਲੋ ਇੱਕ ਆ ਫੀਲਿੰਗ ਹੋ ਗਈ ਖੁਸ਼ੀ ਵਾਲੀ, ਇੱਕ ਫੀਲਿੰਗ ਆ ਗਈ ਟੋਕਨ ਆਫ ਲਵ ਵਾਲੀ। ਕੋਈ ਹੋਰ ਫੀਲਿੰਗ ਆਪਾਂ ਇੱਥੇ ਡਿਸਕ੍ਰਾਈਬ ਕਰਦੀ, ਜਿਹਨੂੰ ਸਟੋਰੀ ਸਾਰੀ ਸੁਣ ਲਈ ਹੈ ਨਾ, ਤਾਂ ਤੁਸੀਂ ਸਪੈਸ਼ਲ ਵੀ ਫੀਲ ਕਰ ਸਕਦੇ ਹੋ ਵੀ ਹਾਂ ਹੈ ਨਾ, ਵੀ ਮੇਰਾ ਹੈ ਨਾ ਉਸ ਪਰਸਨ ਦੀ ਲਾਈਫ ਦੇ ਵਿੱਚ ਥੋੜਾ ਜਿਹਾ ਹੈ ਨਾ ਇੰਪੋਰਟੈਂਸ ਵੀ ਹੈ। ਕੁਝ ਹੋਰ ਜਦੋਂ ਮੈਂ ਸਾਰੀ ਸਟੋਰੀ ਸੁਣਾਈ ਹੈ ਵੀ ਇੱਕ ਪਰਸਨ ਜਿਹੜਾ ਵਾ ਹੈ ਨਾ, ਹੀ ਵਾਸ ਐਕਸ ਪ੍ਰੋਫੈਸਰ, ਮਤਲਬ ਉਹਨੇ ਆਪਣੀ ਜੌਬ ਛੱਡ ਕੇ ਫਾਰਮਿੰਗ ਕੀਤੀ ਹੈ, ਤਾਂ ਹੁਣ ਕਿੱਦਾਂ ਦਾ ਫੀਲ ਕਰ ਸਕਦੇ ਤੁਸੀਂ ਇਸ ਤੋਂ? ਪੋਜ਼ਿਟਿਵ ਫੀਲਿੰਗਸ ਹੋਰ ਵੀ ਹੁੰਦੀਆਂ, right? Can you feel motivation? Can you feel encouragement? And can you say कि nothing is impossible? मतलब ਜੋ ਆਪਣਾ ਇੱਕ ਪਰਸਨ ਪਹਿਲਾਂ ਆਪਣਾ ਡ੍ਰੀਮ ਹੁੰਦਾ ਹੈ ਕਿ ਯਾਰ ਸੈਲਰੀ ਹੋਵੇ ਹੈ ਨਾ, ਇੱਕ ਜੌਬ ਹੋਵੇ ਹੈ ਨਾ, 20-25,000 ਰੁਪਇਆ ਆਪਣਾ ਪਾਕਟ ਦੇ ਵਿੱਚ ਆਉਂਦਾ ਹੋਵੇ, ਠੀਕ ਹੈ, ਬਟ ਫਿਰ ਆਪਣੀਆਂ ਐਕਸਪੈਕਟੇਸ਼ਨਸ ਇਨਕਰੀਜ਼ ਹੋ ਜਾਂਦੀਆਂ, ਤਾਂ ਹੁਣ ਹੈ ਨਾ 20 to 30,000 ਪਰ ਡੇ ਆਪਾਂ ਨੂੰ ਅਰਨਿੰਗ ਆ ਜਾਵੇ ਤਾਂ ਕੁਝ ਮਾੜੀ ਤਾਂ ਨਹੀਂ। ਤਾਂ ਇਹ ਸੋਚ ਕੇ ਹੁਣ ਤੁਹਾਨੂੰ ਨਹੀਂ ਲੱਗਦਾ ਕਿ ਜੀ ਲਲਚਾਏ ਰਹਾ ਨਾ ਜਾਏ, ਚਾਹੀਦਾ 30,000 ਜੇ ਤੁਹਾਨੂੰ ਮਿਲ ਲੱਗ ਜੇ, will you go to Canada or you will decide? है ना, सोचांगे थोड़ा I will go for strawberries है ना, मैं कहूँगा भी strawberries ही ठीक है, बाहर भी ਤਾਂ ਬੇਰੀਆਂ ਤੋੜਨ ਨਹੀਂ ਜਾਣਾ ਹੈ ਨਾ। ਹੁਣ ਜਿਹੜੇ ਜ਼ਿਆਦਾਤਰ ਆਪਾਂ ਸੁਣਦੇ ਆ ਬਾਹਰ ਹੈ ਨਾ ਬੇਰੀਆਂ ਤੋੜਨ ਜਾਂਦੇ, ਤਾਂ ਬੇਰੀਆਂ ਇੱਥੇ ਵੀ ਆਉਣ ਵਾਲੀਆਂ ਹੀ ਆ, ਠੀਕ ਹੈ। ਸੋ ਆਪਾਂ ਜਿਹੜੇ ਇਨੀਸ਼ੀਏਟਿਵ ਹੈ ਇਦਾਂ ਦੇ ਸਟਾਰਟ ਕਰ ਸਕਦੇ। ਸੋ ਇਨਕਰੇਜਮੈਂਟ ਵੀ ਹੋ ਸਕਦੀ ਹੈ, ਮੋਟੀਵੇਸ਼ਨ ਵੀ ਹੋ ਸਕਦੀ ਹੈ, ਤੇ ਐਟ ਦੀ ਐਂਡ ਆਪਾਂ ਕੀ ਕਰਨਾ ਹੈ ਨਾ, ਹੁਣ ਕਨਕਲੂਡ ਕਰਨਾ, ਰਾਈਟ। ਸੋ ਉਹਦੇ ਵਿੱਚ ਆਪਾਂ ਦੱਸ ਦਿਆਂਗੇ ਕਿ
नथिंग इज इम्पॉसिबल, कोई भी चीज जी है ना वो इम्पॉसिबल नहीं है। नथिंग टेस्ट गुड फॉर फ्री, है ना कोई भी चीज जी फ्री है वैसे तो वो वधिया नहीं लगती, बट इत्थे टोकन ऑफ लव सी, इत्थे इनकरेजमेंट सी, इत्थे मोटिवेशन सी, इस करके मैनू ये फ्री वाली जी स्ट्रॉबेरी है बहुत वधिया लगी वधिया कि नहीं, सुन च वधिया लगी ना, स्टोरी समझ लग गई हुण अपन। ठीक है, सो इन्ना काम समझाउण दे विच थोड़ा जिहा टाइम ज़्यादा लगदा। ठीक है, बट जदों तुसीं इकल्ले करोगे, हुण नोटबुक लो ਤਾਂ ਇੱਕ ਨੋਟਬੁੱਕ ਦੇ ਵਿੱਚ ਇਦਾਂ ਇੱਕ ਕਿਊ ਕਾਰਡ ਦੀ ਸਟੋਰੀ ਜਿਹੜੀ ਆ ਉਹ ਤੁਸੀਂ ਸਟਾਰਟਿੰਗ ਟੂ ਐਂਡਿੰਗ ਜਿਹੜੀ ਆ ਉਹ ਤਿਆਰ ਕਰ ਲਓ। ਔਰ ਡੋਂਟ ਸਟਾਰਟ ਫਰੋਮ ਦੀ ਵਟ, ਪਹਿਲਾਂ ਹੀ ਨਹੀਂ ਵੀ ਜੇ ਫਰਸਟ ਬੁਲਟ ਪੁਆਇੰਟ ਆ ਵੀ ਵਟ ਇਟ ਵਾਸ, ਤਾਂ ਸ਼ੁਰੂਆਤ ਇਹ ਤੋਂ ਹੀ ਨਹੀਂ ਕਰਨੀ। ਸ਼ੁਰੂਆਤ ਕੀ ਦੇਣੀ ਹੈ ਥੋੜੀ ਜੀ ਇੰਟਰੋਡਕਸ਼ਨ 10 to 15 ਸੈਕਿੰਡਸ ਦੀ ਜਿਹੜੀ ਆ ਉਹ ਹੋਣੀ ਚਾਹੀਦੀ। ਕਿ ਮੰਨ ਲਓ ਕਿ ਤੁਹਾਨੂੰ ਇਹ ਕਿਊ ਕਾਰਡ ਆਇਆ, ਡਿਸਕ੍ਰਾਈਬ ਐਨ ਆਈਟਮ ਵਿਚ ਯੂ ਗॉट ਫॉर फ्री, ਸੋ ਯੂ ਹੈਵ 1 ਮਿੰਟ, प्रिपरेशन ਤੁਹਾਡੀ ਹੁਣ ਹੋ ਗਈ ਤਾਂ ਫਾਈਨਲ ਐਗਜ਼ਾਮ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਊਗਾ ਵੀ ਮੈਂ ਕੀ ਨੋਟ ਕਰਨਾ ਜਾ ਕੇ। ਠੀਕ ਹੈ, ਸੋ 1 ਮਿੰਟ ਇਦਾਂ ਹੀ ਤੁਸੀਂ ਬੁਲਟ ਪੁਆਇੰਟ ਦੀ ਸਟੋਰੀ ਜਿਹੜੀ ਆ ਬਣਾ ਲੈਣੀ ਹੈ। ਠੀਕ ਹੈ, ਤਾਂ ਕਈ ਮਤਲਬ ਸਰਕਲ ਬਣਾ ਲੈਂਦੇ ਇਕੱਲਾ ਇਦਾਂ ਹੀ ਹੈ ਨਾ, ਇਦਾਂ ਲਾਈਨਾਂ ਹੀ ਲਾਉਣ ਲੱਗ ਜਾਂਦੇ ਆ, ਹੈ ਨਾ, ਤਾਂ ਉਹਦੇ ਨਾਲੋਂ ਮੱਚ ਬੈਟਰ ਹੈ ਵੀ ਤੁਹਾਨੂੰ ਇਹ ਸਟੋਰੀ ਪਤਾ ਲੱਗੂਗੀ ਵੀ ਕਿਵੇਂ ਕਿਵੇਂ ਮੂਵ ਕਰਨੀ ਹੈ। ਮੈਂ ਸਲੋ ਐਂਡ ਸਟੱਡੀ ਵਿਨਸ ਦੀ ਰੇਸ, ਤਾਂ ਇਹ ਜਰਨੀ ਵਾਂਗੂ ਹੈ ਨਾ ਤੁਹਾਨੂੰ ਪਤਾ ਲੱਗੂਗਾ ਕਿਊ ਕਾਰਡ ਮੈਂ ਕਿੱਦਾਂ ਮੂਵ ਕਰਨਾ। ਬਹੁਤ ਸਾਰੇ ਸਟੂਡੈਂਟਸ ਆ ਉਹਨਾਂ ਦੇ ਬੁਲਟ ਪੁਆਇੰਟ ਹੀ ਅੱਗੇ ਪਿੱਛੇ ਹੋ ਜਾਂਦੇ, ਮੰਨ ਲਓ ਆਹ ਬੁਲਟ ਪੁਆਇੰਟ ਉਹ ਪਹਿਲਾਂ ਬੋਲ ਜਾਂਦੇ ਆ, ਆਹ ਵਾਲਾ ਉਹ ਐਂਡ ਤੇ ਬੋਲਦੇ। ਬਟ ਜੇ ਤੁਹਾਡੀ ਪਲੈਨਿੰਗ ਇਦਾਂ ਚੱਲੂਗੀ ਤਾਂ ਉਹ ਜਿਹੜੀ ਹੈ ਨਾ ਤੁਹਾਡੀ ਪ੍ਰੋਬਲਮ ਆ ਉਹ ਆਟੋਮੈਟਿਕਲੀ ਸੋਲਵ ਹੋ ਜੂਗੀ। ਵੀ ਆਰਗੇਨਾਈਜ਼ਡ ਆਨਸਰ ਤੁਹਾਡਾ ਰਹੂਗਾ ਵੀ ਪਹਿਲਾਂ ਮੈਂ ਆਹ ਗੱਲ ਕਰਨੀ, ਫਿਰ ਆਹ ਗੱਲ ਕਰਨੀ, ਫਿਰ ਆਹ ਗੱਲ ਕਰਨੀ ਹੈ, ਔਰ ਲਾਸਟ ਤੇ ਮੈਂ ਆਹ ਗੱਲ ਕਰਨੀ। ਸੋ ਸਟਾਰਟਿੰਗ, ਸੋ 1 ਮਿੰਟ ਓਵਰ ਹੋ ਗਿਆ, ਤੁਸੀਂ ਸਾਰੇ ਨੋਟਸ ਜਿਹੜੇ ਉਹ ਰੈਡੀ ਕਰ ਲਏ। ਔਰ ਜਿਹੜੀ ਨੋਟਬੁੱਕ ਦੇ ਵਿੱਚ ਤੁਸੀਂ 60-70 ਕਿਊ ਕਾਰਡ ਦੀਆਂ ਸਟੋਰੀਜ਼ ਇਦਾਂ ਲਿਖੀਆਂ, ਤਾਂ ਉਹਨਾਂ ਦੀ ਰਿਹਰਸਲ ਕਰਕੇ ਤੁਸੀਂ ਫਾਈਨਲ ਐਗਜ਼ਾਮ 'ਚ ਚਲੇ ਜਾਣਾ ਔਰ ਤੁਹਾਨੂੰ ਪਤਾ ਹੋਊਗਾ ਵੀ ਮੈਂ ਇਹ ਸਟੋਰੀ ਕੀਤੀ ਹੋਈ ਆ ਤੇ ਮੈਂ ਉਹੀ ਬੋਲਣੀ। ਸੋ ਐਗਜ਼ਾਮੀਨਰ ਕਹੂਗਾ ਟਾਈਮ ਓਵਰ, ਨਾਓ ਯੂ ਮੇ ਸਟਾਰਟ ਸਪੀਕਿੰਗ, ਤੇ ਤੁਸੀਂ ਸਟਾਰਟ ਕਰਨਾ। ਵੈਲ ਥੈਂਕਸ ਫॉर ਦਿਸ ਇੰਟਰਸਟਿੰਗ ਕਿਊ ਕਾਰਡ ਔਨ ਵਿਚ ਆਈ ਹੈਵ ਟੂ ਟਾਕ ਅਬਾਊਟ ਐਨ ਆਈਟਮ ਵਿਚ ਆਈ ਗॉट ਫॉर free. Well, in my life I have received so many items, so many gifts from my near and dear ones, from my parents, from my relatives, from my classmates, but today I am going to talk about a strawberry box which I received yesterday, which I received recently from my relative. Right, so this happened that I got a package of strawberry. It weighed 2 kg and there were like 8 boxes in a box. And it is, we all know that strawberry is a fruit and it is a seasonal fruit and it is quite famous, but at the same time it is quite expensive. So from whom I received? I received it from Sukhveer, who is my brother-in-law, right? He is my relative and he lives in village Mansoura, which falls in district Ludhiana. So he is 26, he is in his early 30s and he is 6'4" and is very handsome and good looking. The interesting thing about him is that he has left his job of professor from a technical college. He has done M.Tech, so he is having a degree of master. So he has done masters, but then he taught in a college, technical college, for 2 to 3 years, but he was not satisfied from that earning, and then he opted the strawberry farming, and he just initiated it last year, so it's like his second year, and I got it from him. So the thing was that last Sunday I was free and I went to his village just to get a vlog, right? So I wanted to make a vlog on strawberries and I called him before to meet him and he was free, he was in his farm and I went to him, right? So his village is around 60 kilometers away from my hometown and we reached there in around 2 hours, right? So he was not at his home, he was in his farm cultivating the strawberries. And his farm is around 1 to 2 kilometers away from his home. So I talked to him, I asked few questions about the strawberry, that how you started from, where you got the training, and then he explained me that he got training from the Muktsar, and the one person he helped him, and its total cost which you have to spend early, that is around 7 to 8 lakhs, and but the profit which you earn, that will be double than
right, your expenses. So in 6 months, right, your expenses will be covered. And then, right, I saw the quality of strawberries and I checked it, right. I went with my family, my children, they were very happy when they saw the farms full of strawberries, and they ate around 70-80 strawberries over there. They were very tasty. And then at the end he gave me a box, right. I wanted to give him the money, but he rejected. He told me that this is just a token of love, and I felt, right, quite happy. I felt like over the moon, right, because it was a token of love. I wanted to give him the money, but he rejected, right. So it showed his love towards me and my family, and right, I felt fabulous. I got good vibes over there, right. And this is a motivational and encouragement thing for, right, the rest of the, right, youngsters who are unemployed and who wanted to do something, right, in life. And I think, right, ਤੁਸੀਂ ਹੁਣ ਵੀਡੀਓਜ਼ ਵਿੱਚ ਟਾਈਮ ਦੇਖ ਹੀ ਲਿਆ ਹੋਊਗਾ, ਇਟਸ ਮੋਰ ਦੈਨ 2 ਮਿੰਟਸ, 2 ਮਿੰਟ ਹੋ ਗਏ ਵੈਸੇ, ਤੁਹਾਨੂੰ ਸਟਾਪ ਕਰ ਦੇਣਾ, ਬਟ ਨਾ ਵੈਨ ਯੂ ਆਰ ਰਿਹਰਸਲਿੰਗ, ਜਦੋਂ ਤੁਸੀਂ ਪ੍ਰੈਕਟਿਸ ਕਰ ਰਹੇ you may continue, right. So I felt motivated, I felt encouraged that yes, nothing is impossible, we can, right, fulfill our dreams, not, right, in foreign but in home country. So at the end I would say that I really felt happy by getting this, the box of strawberries free of cost. Thank you, है ना. मतलब this is the preparation. देखो हम ये notes बनाए, है ना, तो हम माड़ा मोटा ਤਾਂ ਵੀ ਆਪਾਂ ਸਾਹ ਲੈਣਾ ਹੀ ਹੁੰਦਾ. Don't like try to be pulsar motorcycle ਵਾਂਗੂ ਨਹੀਂ ਆਪਾਂ ਚਲਾਉਣੀ, ਹੈ ਨਾ, ਸਪੀਕਿੰਗ ਕਰਨੀ, ਡੁਗ 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 ਡੁਗ, ਹੈ ਨਾ. ਜਦ ਬੁਲਟ ਚਲੇ ਤਾਂ ਦੁਨੀਆ ਰਾਸਤਾ ਦੇ ਸਰ. ਸੋ ਥੋੜੀ ਜਿਹੀ ਫੀਲਿੰਗ ਆਪਾਂ ਬੁਲਟ ਮੋਟਰਸਾਈਕਲ ਵਰਗੀ ਲੈਣੀ ਹੈ ਕਿ ਜਦੋਂ ਆਪਾਂ ਬੋਲਣਾ ਕੌਨਫੀਡੈਂਸ ਦੇ ਨਾਲ ਬੋਲਣਾ, ਔਰ ਜਿੱਦਾਂ ਆਪਾਂ ਪੰਜਾਬੀ ਬੋਲਣ ਦੇ ਵਿੱਚ ਪੌਜ਼ ਲੈਂਦੇ ਆ, ਤਾਂ ਯੂ ਮਸਟ ਟੇਕ ਅ ਪੌਜ਼ ਵਾਈਲ ਸਪੀਕਿੰਗ. ਤਾਂ ਜਦੋਂ ਤੁਸੀਂ ਸਪੀਕਿੰਗ, ਹੈ ਨਾ, ਕਿਊ ਕਾਰਡ ਵੀ ਬੋਲ ਰਹੇ ਆ, ਥੋੜੀ ਜਿਹੀ ਤੁਸੀਂ ਸਟਾਪੇजेस ਲੈ ਕੇ ਜਾਣੇ ਆ. ਵੈਨ ਯੂ ਐਂਡ ਵਨ ਸੈਂਟੈਂਸ, ਜਦੋਂ ਤੁਹਾਡਾ ਇੱਕ ਸੈਂਟੈਂਸ ਐਂਡ ਹੁੰਦਾ, ਤੁਹਾਨੂੰ ਪੌਜ਼ਸ ਲੈਣੇ ਚਾਹੀਦੇ, ਰਾਈਟ. ਸੋ ਦਿਸ ਵਾਜ਼ ਐਨ ਐਗਜ਼ਾਮਪਲ. ਇਹ ਆਪਾਂ ਇੱਕ ਐਗਜ਼ਾਮਪਲ ਤੁਹਾਡੇ ਨਾਲ ਡਿਸਕਸ ਕੀਤੀ ਹੈ, ਐਂਡ ਐਗਜ਼ਾਮਪਲ ਇਜ਼ ਬੈਟਰ ਦੈਨ ਐਡਵਾਈਸ. ਹੁਣ ਸਲਾਹ ਨਹੀਂ ਦੇਣੀ, ਤੁਹਾਡੇ ਨੂੰ ਪਤਾ ਕਿ ਵਾਟ ਯੂ ਹੈਵ ਟੂ ਡੂ. ਤੁਹਾਡੇ ਕੋਲ 70 ਕਿਊ ਕਾਰਡਸ ਆ, ਔਰ ਉਹ 70 ਕਿਊ ਕਾਰਡਸ ਜੇ ਤੁਸੀਂ, ਹੈ ਨਾ, ਟੇਕ ਅ ਬੁੱਕ, ਮੰਨ ਲਓ ਬੁੱਕ ਲੈ ਲਓ, ਸਾਹਮਣੇ ਰੱਖੋ ਕੁਐਸਚਨਸ ਦੀ, ਔਰ ਐਵਰੀ ਕੁਐਸਚਨ ਦੀ ਜਿਹੜੀ ਸਟੋਰੀ ਹੈ ਉਹ ਤੁਸੀਂ ਇੱਦਾਂ ਪ੍ਰੀਪੇਅਰ ਕਰ ਲਓ. ਐਂਡ ਇਫ ਯੂ ਹੈਵ ਐਨੀ ਪ੍ਰੋਬਲਮ ਇਨ ਸਟੋਰੀ ਆਫ ਦੀ ਕਿਊ ਕਾਰਡ, ਕਿਸੇ ਕਿਊ ਕਾਰਡ ਦੀ ਸਟੋਰੀ ਤੁਹਾਨੂੰ ਸਮਝ ਨਹੀਂ ਲੱਗਦੀ, that you can ask me in the comment section or in the class you can ask, and we will give you a story on that, because एक cue card ਦੇ ਪਿੱਛੇ there are so many stories, ਕਾਫੀ stories ਜਿਹੜੀਆਂ ਉਹ ਆ ਸਕਦੀਆਂ. Sometimes ਜੋ sample answer ਦੇ ਵਿੱਚ ਤੁਸੀਂ story read ਕਰ ਰਹੇ ਹੋ, it may be difficult to speak, ਉਹ ਔਖੀ ਹੋ ਸਕਦੀ ਹੈ, but we have an alternative. ਆਪਣੇ ਕੋਲ ਉਹਨਾਂ ਦਾ ਵੀ alternatives ਹੈ, ਕਿ ਤੁਸੀਂ ਉਹਨੂੰ story ਨੂੰ change ਕਰ ਸਕਦੇ ਆ, make it easier. ਤਾਂ ਤੁਹਾਨੂੰ ਆਪਣੇ experience ਦੇ ਵਿੱਚੋਂ story ਬੋਲਣੀ ਜਿਹੜੀ ਆ ਉਹ ਈਜ਼ੀ ਰਹੂਗੀ, ਰਾਦਰ ਦੈਨ ਟੂ ਕ੍ਰੈਮ. ਸੋ ਕ੍ਰੈਮਿੰਗ ਨਾ ਕਰੋ ਸਪੀਕਿੰਗ. ਜਿੰਨੇ ਤੁਸੀਂ ਆਪਣੇ ਐਕਸਪੀਰੀਅੰਸ ਜਾਂ ਆਪਣੀ ਨੌਲੇਜ ਦੇ ਵਿੱਚੋਂ ਬੋਲੋਗੇ, ਦੈਟ ਵਿਲ ਬੀ ਈਜ਼ੀ ਐਜ਼ ਪਾਈ. ਕਲੀਅਰ? ਸੋ ਆਈ ਹੋਪ ਦੈਟ ਯੂ ਵੁੱਡ ਅੰਡਰਸਟੈਂਡ ਦੀ ਐਕਸਰਸਾਈਜ਼. ਮੈਨੂੰ ਲੱਗਦਾ ਕਿ ਇੰਨੇ ਟਾਈਮ ਦੇ ਵਿੱਚ ਤੁਹਾਨੂੰ ਹੁਣ ਐਕਸਰਸਾਈਜ਼ ਸਮਝ ਲੱਗ ਗਈ ਹੋਊਗੀ, ਠੀਕ ਹੈ. ਸੋ ਜੇ ਤੁਸੀਂ ਬਾਈਸੈਪ ਤੇ ਕੰਮ ਕਰਨਾ ਤਾਂ ਇਦਾਂ ਐਕਸਰਸਾਈਜ਼ ਕਰਨੀ ਪੈਂਦੀ ਹੈ, ਬਟ ਜੇ ਤੁਸੀਂ ਸਪੀਕਿੰਗ ਐਂਡ ਕਿਊ ਕਾਰਡ ਤੇ ਹੈਲਪ ਕਰਨੀ ਹੈ ਨਾ, ਤਾਂ ਪ੍ਰੈਕਟਿਸ ਕਰਨੀ ਹੈ, ਤਾਂ ਇਹ ਐਕਸਰਸਾਈਜ਼ ਕੰਮ ਕਰੋ. ਹੁਣ ਲਾਸਟ ਥਿੰਗ, ਮੰਨ ਲਓ ਵੈਨ ਯੂ ਆਰ ਡਨ ਵਿਦ 70 ਸਟੋਰੀਜ਼, ਤੁਸੀਂ ਇਹ ਸਾਰੀਆਂ 70 ਸਟੋਰੀਜ਼ ਜਿਹੜੀਆਂ ਪ੍ਰਪੇਅਰ ਕਰ ਲਈ, ਕਿੰਨੇ ਵਰਡਸ ਤੁਸੀਂ ਇਕੱਠੇ ਕਰ ਲਏ, ਤਾਂ ਹਾਊ ਮੈਨੀ ਕਿਊ ਕਾਰਡਸ ਯੂ ਹੈਵ ਟੂ ਸਪੀਕ ਇਨ ਫਾਈਨਲ. ਤਾਂ ਇਹਨਾਂ ਸਾਰੇ ਕਿਊ ਕਾਰਡਸ ਦੇ ਵਿੱਚੋਂ ਇੱਕ ਕਿਊ ਕਾਰਡ ਆਊਗਾ ਤੁਹਾਨੂੰ. ਵਟ ਅਬਾਊਟ ਦੀ ਰੈਸਟ ਆਫ ਦੀ ਸਟੋਰੀਜ਼, ਬਾਕੀਆਂ ਦਾ ਕੀ ਕਰਨਾ ਹੈ? ਤਾਂ ਤੁਹਾਨੂੰ ਨਹੀਂ ਲੱਗਦਾ ਕਿ ਬਾਕੀ ਟੌਪਿਕਸ ਜਿਹੜੇ ਆ ਉਹ ਤੁਹਾਡੇ ਪਾਰਟ 1 ਦੇ ਵਿੱਚ ਵੀ ਹੈਲਪ ਆਊਟ ਹੋਣਗੇ ਕਿ ਨਹੀਂ? ਪਾਰਟ 3 ਦੇ ਵਿੱਚ ਵੀ ਤੁਹਾਨੂੰ ਹੈਲਪ ਆਊਟ ਹੋਊਗਾ ਕਿ ਨਹੀਂ? ਨੌਲੇਜ ਇਜ਼ ਸੇਮ, ਨੌਲੇਜ ਤਾਂ ਉਹੀ ਹੈ, ਉਹੀ ਟੌਪਿਕਸ ਹੈ. ਮੰਨ ਲਓ ਸ਼ਾਪਿੰਗ ਤੇ ਪਾਰਟ 1 ਚ ਕੁਐਸਚਨਸ ਹੈ ਕਿ ਨਹੀਂ? ਟਰੈਵਲਿੰਗ ਤੇ ਪਾਰਟ 1 ਚ ਕੁਐਸਚਨ ਹੈ ਕਿ ਨਹੀਂ? ਟਰੈਵਲਿੰਗ ਚ ਵੀ ਹੈ. ਫਰੂਟਸ ਦੇ ਰਿਲੇਟਡ ਪਾਰਟ 1 ਚ ਕੁਐਸਚਨ ਹੈ ਕਿ ਨਹੀਂ? ਉਹਦੇ ਚ ਵੀ ਹੈ, ਠੀਕ ਹੈ. ਸੋ ਜੇ ਤੁਹਾਡੀਆਂ ਆ ਸਟੋਰੀਜ਼ ਪ੍ਰਿਪੇਅਰ ਹੋ ਗਈਆਂ, ਯੂ ਡੋਂਟ ਨੀਡ ਟੂ ਪ੍ਰਿਪੇਅਰ ਪਾਰਟ 1 ਡਿਫਰੈਂਟਲੀ, ਯੂ ਡੋਂਟ ਨੀਡ ਟੂ ਪ੍ਰਿਪੇਅਰ ਪਾਰਟ 3 ਡਿਫਰੈਂਟਲੀ. ਇੱਕ ਤੀਰ ਨਾਲ ਦੋ ਨਿਸ਼ਾਨੇ ਤਾਂ ਸੁਣੇ ਹੀ ਹੋਣਗੇ, ਇੱਕ ਤੀਰ ਨਾਲ ਆਪਾਂ 3 ਨਿਸ਼ਾਨੇ. ਪਾਰਟ 1 ਵੀ ਕਵਰ ਹੋ ਜਾਊਗਾ, ਪਾਰਟ 2 ਵੀ ਹੋ ਗਿਆ, ਔਰ ਪਾਰਟ 3 ਵੀ ਕਵਰ ਹੋ ਜਾਊਗਾ, ਬਿਕੋਜ਼ ਆਈਲੈਟਸ ਦੇ ਜਿਹੜੇ ਟੌਪਿਕਸ ਆ ਦੇ ਆਰ
सेम क्लोथ्स ਦੇ ਰਿਲੇਟਡ ਪਾਰਟ 1 ਚ ਕੁਐਸਚਨ ਆਉਂਦੇ ਆ ਕਿ ਨਹੀਂ ਸਪੀਕਿੰਗ ਚ ਰਾਈਟ ਸੋ ਪਾਰਟ 1 ਦੇ ਵਿੱਚ ਕਲੋਥਸ ਦੇ ਰਿਲੇਟਡ ਵੀ ਆਉਂਦੇ ਸੋ ਸੇਮ ਟੌਪਿਕ ਹੈ ਬਸ ਪਾਰਟ 1 ਚ ਕੀ ਹੈ ਯੂ ਹੈਵ ਟੂ ਸਪੀਕ 3-4 sentences ਮਤਲਬ ਜਿੰਨਾ ਆਪਾਂ ਇੱਕ ਬੁਲੇਟ ਪੁਆਇੰਟ ਚ ਬੋਲਿਆ ਉਹਨਾਂ ਤੁਸੀਂ ਇੱਕ ਆਨਸਰ ਚ ਬੋਲੋ ਟੌਪਿਕਸ ਆਰ ਸੇਮ ਐਂਡ ਵੈਨ ਯੂ ਗੈਟ ਦ ਕਿਊ ਕਾਰਡ ਤੁਸੀਂ ਉਹ ਸਾਰੇ ਪਾਰਟ 1 ਦੇ ਕੁਐਸਚਨਸ ਇਕੱਠੇ ਬੋਲਦੇ You got the exercise? Any questions? No, sir. Any doubts? So are you able to do it? Right, so from now on, right, it is just a work of 60 minutes. A 60 minutes the work hai, and I will give you one day, ठीक है, तो totally आज का ये homework है, and I will check notebooks tomorrow, right, so make a special notebook for speaking, right, तो वो special notebook ਤੇ ਤੁਹਾਡੀਆਂ ਇਹ ਕੱਲ 60 ਸਟੋਰੀਜ਼ ਜਿਹੜੀਆਂ ਵਾ ਰਾਈਟ ਦੇ ਵਿਲ ਬੀ ਚੈੱਕਡ ਤਾਂ ਆਪਾਂ ਨੂੰ ਪਤਾ ਲੱਗ ਜਾਊਗਾ ਕਿ ਸਾਰੀਆਂ ਦੀਆਂ ਸਾਰੀਆਂ ਸਟੋਰੀਜ਼ ਤੁਹਾਡੇ ਕੋਲੇ ਹੈ ਐਂਡ ਇਫ ਯੂ ਵਿਲ ਨਾਟ ਬੀ ਏਬਲ ਟੂ ਮੇਕ ਰਾਈਟ ਦਿਸ ਪਲੈਨਿੰਗ ਫॉर ਐਨੀ ਕਿਊ ਕਾਰਡ ਲੀਵ ਦੈਟ ਵਨ ਪੇਜ ਉਹ ਇੱਕ ਪੇਜ ਛੱਡ ਦਿਓ ਐਂਡ ਡਿਸਕਸ ਟੁਮਾਰੋ ਇਨ ਦ ਕਲਾਸ ਰਾਈਟ ਸੋ ਹੋਪਫੁਲੀ ਜਿਹੜੇ ਆਪਣੇ ਆਨਲਾਈਨ ਯੂਜ਼ਰਸ ਜਿਹੜੇ ਆਪਣੇ ਨਾਲ ਤਾਂ ਇਹ ਵੀਡੀਓ ਨੇ ਤੁਹਾਨੂੰ ਹੈਲਪ ਆਊਟ ਕੀਤਾ ਹੋਊਗਾ ਐਂਡ ਇਫ ਯੂ ਹੈਵ ਐਨੀ ਸਜੈਸ਼ਨਸ ਇਫ ਯੂ ਹੈਵ ਐਨੀ ਕੁਐਸਚਨਸ ਟੂ ਆਸਕ ਯੂ ਕੈਨ ਰਾਈਟ ਦੀ ਕਮੈਂਟਸ in comment section and hopefully right we will solve it as soon as possible. Thanks for watching and you can share this video with your near and dear ones who are in foreign who want to clear the IELTS exam. Thanks for watching this video. Hopefully you liked it and if you like it do compliment on the video. If you have any doubt or query, if you have any question to ask, you can comment and do subscribe our channel on YouTube and Telegram and our page on Facebook and Instagram. Thanks.